ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਕੜੀ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਸੋ ਜਿਵੇਂ ਆਪ ਸੰਗਤਾਂ ਪਿਛਲਾ ਜੋ ਪ੍ਰਸੰਗ ਸੀਗਾ ਉਹਦੇ ਵਿੱਚ ਸੰਤ ਬਹਾਲ ਦਾਸ ਜੀ ਹੁਣਾਂ ਦਾ ਜਿਹੜਾ ਬਚਪਨਾ ਸੀਗਾ ਉਹ ਮਹਾਂਪੁਰਖਾਂ ਦੇ ਨਾਲ ਖੇਡਦਿਆਂ ਕਿਸ ਤਰ੍ਹਾਂ ਬੀਤਿਆ ਸੀਗਾ ਆਪ ਸੰਗਤਾਂ ਜਾਣਦੀਆਂ। ਸੋ ਇਸ ਤਰ੍ਹਾਂ ਨਾ ਮਹਾਂਪੁਰਖ ਦੱਸਦੇ ਸੀਗੇ ਕਿ ਇੱਕ ਵਾਰ ਜਦੋਂ ਜਾਣੀ ਉਹ ਇਸ ਖੇਡ ਦੇ ਵਿੱਚ ਸ਼ਾਮਲ ਸੀਗੇ, ਕਹਿੰਦੇ ਉਦੋਂ ਗਰਮੀਆਂ ਦਾ ਬੜਾ ਜਿਹੜਾ ਸੀਗਾ ਜ਼ੋਰ ਸੀਗਾ ਅਤੇ ਅਸੀਂ ਕਹਿੰਦੇ ਮਹਾਂਪੁਰਖਾਂ ਦੇ ਦੁਆਲੇ ਇਕੱਠੇ ਹੋ ਗਏ। ਜਦ ਇਕੱਠੇ ਹੋਏ ਅਤੇ ਕਹਿੰਦੇ ਫਿਰ ਮਹਾਂਪੁਰਖਾਂ ਨੇ ਸਾਡਾ ਚਿਹਰਾ ਦੇਖ ਕੇ ਕਹਿਣ ਲੱਗੇ, ਕਹਿੰਦੇ ਕੀ ਗੱਲ ਆ ਅੱਜ ਤੁਸੀਂ ਸਾਰੇ ਬੜੇ ਦਾਸ। ਕਹਿੰਦੇ ਅਸੀਂ ਮਹਾਂਪੁਰਖ ਨੇ ਗੱਲ ਕਹਿਤੀ ਕਿ ਮਹਾਂਪੁਰਖ ਗਰਮੀ ਬੜੀ ਹੈਗੀ ਅਤੇ ਜਦ ਕਹਿੰਦੇ ਇਹ ਵਚਨ ਕਿਹਾ ਤਾਂ ਮਹਾਂਪੁਰਖ ਹੱਸ ਕੇ ਕਹਿਣ ਲੱਗੇ ਚਲੋ ਅਗਰ ਗਰਮੀ ਹੈ ਤਾਂ ਚਲੋ ਆਪਾਂ ਇੱਦਾਂ ਕਰਦੇ ਹਾਂ, ਗਰਮੀ ਦੂਰ ਕਰ ਲੈਂਦੇ ਹਾਂ। ਕਹਿੰਦੇ ਜਦੋਂ ਇਹ ਗੱਲ ਹੋਈ ਤਾਂ ਅਸੀਂ ਮਹਾਂਪੁਰਖਾਂ ਨੂੰ ਪੁੱਛਿਆ ਵੀ ਗਰਮੀ ਕਿਵੇਂ ਦੂਰ ਕਰੀਏ, ਅਤੇ ਮਹਾਂਪੁਰਖ ਕਹਿਣ ਲੱਗੇ ਕਹਿੰਦੇ ਸਾਰੇ ਹੈ ਨਾ ਆਪਾਂ ਇਕੱਠੇ ਹੋ ਕੇ ਵਾਹਿਗੁਰੂ ਦੇ ਅੱਗੇ ਜਾਣੀ ਕਿ ਇਹ ਅਰਜ਼ੋਈ ਕਰੀਏ ਕਿ ਰੱਬਾ ਰੱਬਾ ਮੀਂਹ ਭਰਾ ਅਤੇ ਸਾਨੂੰ ਗਰਮੀ ਤੋਂ ਬਚਾ। ਕਹਿੰਦੇ ਜਦੋਂ ਆਹ ਗੱਲ ਹੋਈ ਕਹਿੰਦੇ ਅਸੀਂ ਸਾਰੇ ਜਿੰਨੇ ਬੱਚੇ ਸੀਗੇ ਉੱਚੀ ਉੱਚੀ ਕਹਿਣ ਲੱਗ ਪਏ ਰੱਬਾ ਰੱਬਾ ਮੀਂਹ ਭਰਾ ਸਾਨੂੰ ਗਰਮੀ ਤੋਂ ਬਚਾ। ਕਹਿੰਦੇ ਅਸੀਂ ਟੱਪ ਟੱਪ ਕੇ ਉੱਚੀ ਉੱਚੀ ਸਾਰੇ ਬੱਚੇ ਕਹਿੰਦੇ ਜਦੋਂ ਜ਼ੋਰ ਜ਼ੋਰ ਨਾਲ ਕਰਨ ਲੱਗੇ ਤਾਂ ਬਸ ਕਹਿੰਦੇ ਇਹ ਤਾਂ ਇੱਕ ਬਹਾਨਾ ਸੀਗਾ, ਹੁਣ ਅਸੀਂ ਬੱਚੇ ਸੀ ਸਾਨੂੰ ਪਤਾ ਨਹੀਂ ਸੀ। ਇਸ ਤਰ੍ਹਾਂ ਕਰਦੇ ਕਰਦੇ ਕਹਿੰਦੇ ਪਤਾ ਨਹੀਂ ਇੱਕ ਛੋਟੀ ਜਿਹੀ ਬਦਲੀ ਕਾਲੀ ਜਿਹੀ ਕਿੱਥੋਂ ਉੱਠੀ। ਬਸ ਉਹ ਤੋਂ ਉੱਠਣ ਤੋਂ ਬਾਅਦ ਹੀ ਕਹਿੰਦੇ ਜਦ ਕਹਿੰਦੇ ਮੀਂਹ ਪੈਣਾ ਸ਼ੁਰੂ ਹੋ ਗਿਆ ਅਸੀਂ ਹੈਰਾਨ ਹੋ ਗਏ ਵੀ ਮੀਂਹ ਆ ਗਿਆ, ਸੱਚੀ ਮੀਂਹ ਆ ਗਿਆ ਹੈ। ਉਸ ਤੋਂ ਬਾਅਦ ਕਹਿੰਦੇ ਵੀ ਕੀ ਹੋਇਆ, ਅਸੀਂ ਮੀਂਹ ਦੇ ਵਿੱਚ ਹੀ ਕਹਿੰਦੇ ਨਾਲੇ ਨੱਚੀ ਜਾਈਏ ਨਾਲੇ ਇਹ ਬਾਰ-ਬਾਰ ਕਹੀ ਜਾਈਏ ਵੀ ਰੱਬਾ ਰੱਬਾ ਮੀਂਹ ਭਰਾ ਸਾਨੂੰ ਗਰਮੀ ਤੋਂ ਬਚਾ। ਬਸ ਕਹਿੰਦੇ ਬੜਾ ਆਨੰਦ ਵੱਜਾ। ਉਸ ਤੋਂ ਬਾਅਦ ਕਹਿੰਦੇ ਕਾਫੀ ਜਿਹੜਾ ਮੀਂਹ ਜ਼ੋਰ ਨਾਲ ਪਿਆ, ਕਾਫੀ ਜਲ ਥਲ ਹੋਈ ਜਾ ਧਰਤੀ। ਜਦ ਕਹਿੰਦੇ ਫਿਰ ਮੀਂਹ ਰੁਕ ਗਿਆ, ਸਾਡੀ ਗਰਮੀ ਦੂਰ ਹੋ ਗਈ ਅਤੇ ਫਿਰ ਮਹਾਂਪੁਰਖ ਕਹਿੰਦੇ ਸਾਨੂੰ ਹੱਸ ਕੇ ਕਹਿਣ ਲੱਗੇ, ਕਹਿੰਦੇ ਲਓ ਬਈ ਹੁਣ ਤੁਹਾਨੂੰ ਗਰਮੀ ਤੋਂ ਰਾਹਤ ਮਿਲ ਗਈ। ਕਹਿੰਦੇ ਅਸੀਂ ਕਿਹਾ ਹਾਂ ਮਹਾਰਾਜ ਸਾਨੂੰ ਗਰਮੀ ਤੋਂ ਰਾਹਤ ਮਿਲ ਗਈ। ਕਹਿੰਦੇ ਮਹਾਂਪੁਰਖਾਂ ਨੇ ਸਾਨੂੰ ਥੋੜ੍ਹਾ ਥੋੜ੍ਹਾ ਪ੍ਰਸ਼ਾਦ ਦਿੱਤਾ, ਬਾਕੀ ਤਾਂ ਬੱਚੇ ਘਰਾਂ ਨੂੰ ਚੱਲ ਗਏ। ਪਰ ਸੰਤ ਬਹਾਲ ਦਾਸ ਜੀ ਕਹਿੰਦੇ ਵੀ ਮੇਰੇ ਮਨ ਦੇ ਵਿੱਚ ਇਹ ਗੱਲ ਬੜੀ ਲੱਗੀ ਕਿ ਮਹਾਂਪੁਰਖ ਜੋ ਵੀ ਬਚਨ ਕਰਦੇ ਹੈਗੇ ਆ ਉਹ ਕਿਸ ਬਚਨ ਨੂੰ ਜਿਹੜਾ ਹੈ ਉਹ ਸਾਡੇ ਸਾਹਮਣੇ ਘੁਮਾ ਕੇ ਪੇਸ਼ ਕਰ ਦਿੰਦੇ ਆ ਵੀ ਗਰਮੀ ਤਾਂ ਜਿਹੜੀ ਹੈਗੀ ਉਹ ਮਹਾਂਪੁਰਖਾਂ ਦੇ ਬਚਨਾਂ ਦੇ ਨਾਲ ਹੀ ਆਪਣੇ ਦੂਰ ਹੋਈ ਆ। ਜੋ ਮੀਂਹ ਪਿਆ ਹੈਗਾ ਉਹ ਵੀ ਮਹਾਂਪੁਰਖਾਂ ਦੇ ਬਚਨ ਨਾਲ ਹੀ ਪਿਆ ਹੈਗਾ, ਪਰ ਸਾਨੂੰ ਖੇਡ ਦੇ ਵਿੱਚ ਇਸ ਤਰ੍ਹਾਂ ਰੁਝਾਤਾ ਹੈਗਾ ਕਿ ਰੱਬਾ ਰੱਬਾ ਮੀਂਹ ਭਰਾ ਸਾਨੂੰ ਗਰਮੀ ਤੋਂ ਬਚਾ। ਅਤੇ ਇਸ ਕਰਕੇ ਸੰਤ ਬਹਾਲ ਦਾਸ ਜੀ ਉਹਨਾਂ ਦੇ ਮਨ ਦੇ ਵਿੱਚ ਇਹ ਆ ਗਿਆ ਕਿ ਇਹ ਜਿਹੜੇ ਮਹਾਂਪੁਰਖ ਹੈਗੇ ਆ ਪੂਰਨ ਸੰਤ ਮਹਾਂਪੁਰਖ ਹੈਗੇ ਆ, ਇਸ ਕਰਕੇ ਇਹਨਾਂ ਦੀ ਜਿੰਨੀ ਵੀ ਸੇਵਾ ਕੀਤੀ ਜਾਵੇ ਉਹ ਵੱਧ ਤੋਂ ਵੱਧ ਜਿਹੜੀ ਹੈਗੀ ਆ ਉਹ ਇਸ ਜੀਵਨ ਦੇ ਵਿੱਚ ਲਾਹੇਦਾਰ ਸਿੱਧ ਸਾਬਤ ਹੋਊਗੀ। ਉਸ ਤੋਂ ਬਾਅਦ ਫਿਰ ਜਦੋਂ ਸੰਤ ਬਹਾਲ ਦਾਸ ਜੀ ਮਹਾਂਪੁਰਖਾਂ ਦੇ ਪੱਕੇ ਸੇਵਕ ਬਣੇ, ਜਦ ਪੱਕੇ ਸੇਵਕ ਬਣੇ ਤਾਂ ਮਹਾਂਪੁਰਖਾਂ ਨੇ ਸੰਤ ਬਹਾਲ ਦਾਸ ਜੀ ਨੂੰ ਇਹ ਆਖਿਆ ਸੀਗਾ ਕਿ ਗੁਰਪੀਰਾਂ ਦੀ ਚਾਕਰੀ ਮਹਾ ਕਰੜੀ ਸੁਖਸਾਰ, ਪਰ ਤੂੰ ਸੋਚ ਲੈ। ਬਹਾਲ ਦਾਸ ਜੀ ਕਹਿਣ ਲੱਗੇ ਹੁਣ ਸੋਚਣ ਦਾ ਟਾਈਮ ਨਹੀਂ, ਹੁਣ ਤੱਕ ਕਰਨ ਦਾ ਟਾਈਮ ਹੈਗਾ। ਜਦ ਇਹ ਗੱਲ ਹੋਈ ਸੀ ਅਤੇ ਬਾਬਾ ਜੀ ਫਿਰ ਜਿਹੜੇ ਸੀਗੇ ਉਸ ਦੀ ਇਹ ਗੱਲ ਸੁਣ ਕੇ ਬੜੇ ਪ੍ਰਸੰਨ ਹੋ ਗਏ। ਅਤੇ ਫਿਰ ਬਾਬਾ ਜੀ ਦੇ ਜਿਹੜਾ ਸੀਗਾ ਅੰਦਰੋਂ ਮਨ ਦੇ ਵਿੱਚੋਂ ਜੋ ਵਿਚਾਰ ਫੁਰਨਾ ਜਿਹੜਾ ਸੀ ਇਸ ਢੰਗ ਦਾ ਉੱਠਿਆ ਸੀਗਾ ਕਿ ਫਰੀਦਾ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇਹੋਂ, ਚਲਾਂ ਤਾਂ ਭਿੱਜੇ ਕੰਬਲੀ ਰਾਹਾਂ 'ਤੇ ਟੁੱਟੇ ਨੇਹੋਂ। ਸੋ ਉਸ ਤੋਂ ਬਾਅਦ ਉਹਨਾਂ ਨੇ ਸੰਤ ਬਹਾਲ ਦਾਸ ਜੀ ਨੂੰ ਜਿਹੜੇ ਸੀਗੇ ਕੁਛ ਨਿਯਮ ਦੱਸੇ ਸੇਵਾ ਦੇ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਤੁਸੀਂ ਹੈ ਨਾ ਪਿੰਡੋਂ ਆਲੇ ਦੁਆਲੇ ਜਿਹੜੇ ਹੈਗੇ ਉਹ ਗਜਾ ਕਰਕੇ ਲਿਆਉਣੀ ਆ ਪ੍ਰਸ਼ਾਦੇ ਦੀ, ਪਰ ਇੱਕ ਘਰ ਤੋਂ ਮੰਗਣਾ ਹੈਗਾ, ਜੇ ਮਿਲ ਗਿਆ ਤਾਂ ਠੀਕ ਹੈ ਨਹੀਂ ਤਾਂ ਵਾਪਸ ਆ ਜਾਣਾ। ਬਾਕੀ ਇੱਕ ਪਿੰਡ ਤੋਂ ਜਿਹੜਾ ਹੈ ਨਾ ਦੁੱਧ ਲੈਣਾ ਹੈਗਾ। ਸੋ ਇਹ ਜਿਹੜੇ ਸੀਗੇ ਸੇਵਾ ਦੇ ਨਿਯਮ ਮਹਾਂਪੁਰਖਾਂ ਨੇ ਸੰਤ ਬਹਾਲ ਦਾਸ ਉਹਨਾਂ ਨੇ ਜਿਹੜੇ ਸਮਝਾਤੇ ਸੀ ਉਹਨਾਂ ਟਾਈਮਾਂ ਦੇ ਵਿੱਚ। ਇੱਕ ਵਾਰੀ ਕੀ ਹੋਇਆ ਸੀਗਾ ਕਿ ਗਰਮੀਆਂ ਦਾ ਦਿਨ ਸੀਗੇ ਅਤੇ ਸੰਤ ਬਹਾਲ ਦਾਸ ਜੀ ਜਦ ਗਜਾ ਕਰਨ ਗਏ ਆ, ਜਦ ਦੁੱਧ ਦੀ ਗਜਾ ਕੀਤੀ ਆ ਅਤੇ ਗਰਮੀ ਜ਼ਿਆਦਾ ਸੀਗੀ, ਇਸ ਕਰਕੇ ਮਹਾਂਪੁਰਖਾਂ ਨੂੰ ਦੁੱਧ ਜਿਹੜਾ ਸੀਗਾ ਉਨੀ ਮਾਤਰਾ 'ਚ ਨਹੀਂ ਮਿਲਿਆ ਜਿੰਨਾ ਚਾਹੀਦਾ ਸੀਗਾ। ਅਤੇ ਸੰਤ ਬਹਾਲ ਦਾਸ ਜੀ ਹੈ ਨਾ ਮਨ ਦੇ ਵਿੱਚ ਬੜੇ ਉਦਾਸ ਹੋਏ ਕਿ ਅੱਜ ਮਹਾਂਪੁਰਖਾਂ ਦੀ ਸੇਵਾ ਦਾ ਜਿਹੜਾ ਵਚਨ ਉਹ ਪੂਰਾ ਨਹੀਂ ਹੋ ਗਿਆ ਅਤੇ ਇਸ ਕਰਕੇ ਦੁੱਧ ਜਿਹੜਾ ਹੈ ਨਾ ਬਹੁਤ ਘੱਟ ਗਿਆ ਹੈਗਾ ਅਤੇ ਮੈਂ ਇੱਕ ਘਰ 'ਚ ਮੰਗਿਆ ਹੈਗਾ ਤਾਂ ਉਹਨਾਂ ਨੇ ਥੋੜ੍ਹਾ ਜਿਹਾ ਦੁੱਧ ਦਿੱਤਾ ਹੈਗਾ, ਪਰ ਇਹਦੇ ਨਾਲ ਜਿਹੜਾ ਹੈਗਾ ਉਹ ਸਾਡਾ ਗੁਜ਼ਾਰਾ ਅਤੇ ਜਿਹੜੀ ਸੰਗਤ ਆ ਜਾਂਦੀ ਆ ਉਹਨਾਂ ਨੂੰ ਛਕਾਉਣ ਦਾ ਜੋ ਦੁੱਧ ਦਾ ਗੁਜ਼ਾਰਾ ਕਿਵੇਂ ਹੋਊਗਾ। ਇਸ ਕਰਕੇ ਸੰਤ ਬਹਾਲ ਦਾਸ ਜੀ ਕਹਿੰਦੇ ਸੀ ਅਸੀਂ ਚੁੱਪ ਕਰਕੇ ਜਾਣੀ ਕਿ ਜਦ ਮਹਾਂਪੁਰਖਾਂ ਦੇ ਕੋਲ ਆਇਆ ਕਿ ਉਹ ਮੱਥਾ ਟੇਕਿਆ ਅਤੇ ਮਹਾਂਪੁਰਖਾਂ ਨੇ ਆਉਂਦਿਆਂ ਜਿਹੜਾ ਸੀ ਸਾਡਾ ਚਿਹਰਾ ਪੜ੍ਹ ਲਿਆ ਸੀਗਾ ਅਤੇ ਸਾਨੂੰ ਕਹਿਣ ਲੱਗੇ, ਕਹਿੰਦੇ ਬਹਾਲ ਦਾਸ ਕੀ ਗੱਲ ਉਦਾਸ ਬੜਾ ਹੈ। ਕਹਿੰਦੇ ਮੈਂ ਮਹਾਂਪੁਰਖਾਂ ਨੂੰ ਦੱਸ ਦਿੱਤਾ ਵੀ ਮਹਾਂਪੁਰਖ ਤੁਸੀਂ ਜਿਹੜੀ ਸੇਵਾ ਦੱਸੀ ਸੀ ਉਹ ਲੱਗਦਾ ਅੱਜ ਜਿਹੜਾ ਨਿਯਮ ਹੈ ਮੇਰੇ ਕੋਲ ਟੁੱਟ ਗਿਆ ਹੈਗਾ, ਕਿਉਂਕਿ ਅੱਜ ਮੈਨੂੰ ਹੈ ਨਾ ਦੁੱਧ ਇੰਨਾ ਮਿਲਿਆ ਨਹੀਂ। ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਬਹਾਲ ਦਾਸ
ਤੈਂ ਜੋ ਸੇਵਾ ਦੇ ਵਿੱਚ ਪਹਿਰਾ ਦਿੱਤਾ ਹੈਗਾ, ਤੇਰਾ ਪਹਿਰਾ ਪੂਰਾ ਹੈਗਾ, ਪਰ ਦੁੱਧ ਨਾ ਮਿਲਿਆ, ਇਹਦਾ ਜਿਹੜੀ ਜ਼ਿੰਮੇਵਾਰੀ ਉਹ ਤੇਰੀ ਨਹੀਂ ਹੈਗੀ ਆ। ਕਿਉਂਕਿ ਵਾਹਿਗੁਰੂ ਜੋ ਚੀਜ਼ ਦਿੰਦਾ ਹੈ ਨਾ, ਉਹ ਆਪਣੇ ਹੁਕਮ ਦੇ ਵਿੱਚ ਦਿੰਦਾ, ਖੁਸ਼ੀ 'ਚ ਦਿੰਦਾ, ਪ੍ਰਸੰਨਤਾ ਵਿੱਚ ਦਿੰਦਾ ਹੈਗਾ। ਇਸ ਕਰਕੇ ਤੈਨੂੰ ਇਸ ਦਾ ਕੋਈ ਵੀ ਫਿਕਰ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਆ। ਬਾਕੀ ਇਸ ਤਰ੍ਹਾਂ ਹੈਗਾ ਕਿ ਜਿਹੜੇ ਵਾਹਿਗੁਰੂ ਦੇ ਭਰੋਸੇ 'ਚ ਰਹਿੰਦੇ ਆ, ਵਾਹਿਗੁਰੂ ਜਿਹੜਾ ਹੈਗਾ ਉਹਨਾਂ ਦੀ ਮਨ ਦੀ ਕਾਮਨਾ ਜਿਹੜੀ ਪਹਿਲ ਦੇ ਆਧਾਰ 'ਤੇ ਪੂਰੀ ਕਰਦਾ ਹੈਗਾ। ਅਗਰ ਆਪਾਂ ਨੂੰ ਕੋਈ ਦੁੱਧ ਦੀ ਘਾਟ ਹੈ ਤਾਂ ਵਾਹਿਗੁਰੂ ਕੋਈ ਨਾ ਕੋਈ ਕਾਰਨ ਜ਼ਰੂਰ ਬਣਾ ਦਿੰਦਾ ਹੈਗਾ, ਜਿਸ ਕਰਕੇ ਜਿਹੜਾ ਹੈਗਾ ਦੁੱਧ ਉਹਦੀ ਘਾਟ ਜਿਹੜੀ ਹੈ ਤਤਕਾਲ ਹੀ ਪੂਰੀ ਹੋ ਜਾਂਦੀ। ਸੰਤ ਬਹਾਲ ਦਾਸ ਜੀ ਦੱਸਦੇ ਸੀ, ਕਹਿੰਦੇ ਮਹਾਂਪੁਰਖ ਜਿਹੜੇ ਸੀਗੇ ਜਦੋਂ ਮੈਨੂੰ ਇਸ ਤਰ੍ਹਾਂ ਸਮਝਾ ਰਹੇ ਸੀ, ਅਚਨਚੇਤ ਇੱਕ ਆਜੜੀ ਆਇਆ। ਜਦ ਆਜੜੀ ਆਇਆ ਬੱਕਰੀਆਂ ਵਾਲਾ, ਉਹਨੇ ਆ ਕੇ ਮੱਥਾ ਟੇਕਿਆ, ਮੱਥਾ ਟੇਕ ਕੇ ਬੈਠ ਗਿਆ। ਬੈਠਣ ਤੋਂ ਬਾਅਦ ਕਹਿੰਦੇ ਮਹਾਂਪੁਰਖ ਨੇ ਸੁਭਾਅ ਕੀ ਪੁੱਛ ਲਿਆ, ਕਹਿੰਦੇ ਵੀ ਤੇਰੀਆਂ ਕਿੰਨੀਆਂ ਬੱਕਰੀਆਂ ਹੈਗੀਆਂ? ਉਹ ਕਹਿੰਦੇ ਮਾਰੇ ਵੀ ਮੇਰੀਆਂ ਸਾਰੀਆਂ ਬੱਕਰੀਆਂ ਹੈਗੀਆਂ। ਤਾਂ ਮਹਾਂਪੁਰਖ ਕਹਿਣ ਲੱਗੇ ਅੱਛਾ, ਕਹਿੰਦੇ ਇਹ ਦੱਸ ਵੀ ਤੇਰੀਆਂ ਬੱਕਰੀਆਂ ਜਿਹੜੀਆਂ ਹੈ ਇਹਦੇ ਵਿੱਚ ਦੁੱਧ ਕਿੰਨੀਆਂ ਦਿੰਦੀਆਂ? ਤਾਂ ਉਹ ਕਹਿਣ ਲੱਗਾ ਜੀ ਅੱਧੀਆਂ ਬੱਕਰੀਆਂ ਦੁੱਧ ਦਿੰਦੀਆਂ, ਅੱਧੀਆਂ ਨਹੀਂ ਦਿੰਦੀਆਂ। ਚਲੋ ਇਹ ਸੁਣ ਕੇ ਨਾ ਬਾਬਾ ਜੀ ਚੁੱਪ ਕਰ ਗਏ। ਉਸ ਤੋਂ ਬਾਅਦ ਜਦੋਂ ਆ ਜਿਹੜੀ ਜਾਣ ਲੱਗਾ ਅਤੇ ਮਹਾਂਪੁਰਖਾਂ ਨੇ ਫੇਰ ਉਹਨੂੰ ਕਹਿਣ ਲੱਗੇ, ਕਹਿੰਦੇ ਭਾਈ ਤੂੰ ਕਿੱਥੇ ਉੱਠ ਕੇ ਚੱਲਿਆ? ਉਹ ਕਹਿਣ ਲੱਗਾ ਜੀ ਮੇਰੀਆਂ ਬੱਕਰੀਆਂ ਜ਼ਿਆਦਾ ਪਿਆਸੀਆਂ ਹੈਗੀਆਂ, ਤਾਂ ਮੈਂ ਕਿਤੇ ਟੋਆ ਦੇਖਦਾ ਹੈਗਾ ਵੀ ਕਿਸੇ ਤਰ੍ਹਾਂ ਕੋਈ ਚੋਭਾ ਮਿਲ ਜਾਵੇ ਜਿਹਦੇ ਵਿੱਚ ਮੈਂ ਬੱਕਰੀਆਂ ਨੂੰ ਪਾਣੀ ਪਿਲਾ ਦਿਆਂ। ਅਤੇ ਮੈਂ ਕਾਫੀ ਡੇਰ ਜਾਣੀ ਕਿ ਕੋਈ ਨਾ ਕੋਈ ਟੋਭਾ ਜਿਹੜਾ ਲੱਭਦਾ ਹੈਗਾ, ਪਰ ਮੈਨੂੰ ਪਾਣੀ ਕਿਤੇ ਨਹੀਂ ਮਿਲਿਆ ਹੈ। ਕਿ ਉਹਨਾਂ ਟਾਈਮਾਂ ਦੇ ਵਿੱਚ ਪਾਣੀ ਦੀ ਬੜੀ ਕਿੱਲਤ ਸੀਗੀ, ਅਤੇ ਦੂਸਰਾ ਸੀਗਾ ਵੀ ਗਰਮੀਆਂ ਦਾ ਸੀਜ਼ਨ ਸੀਗਾ, ਇਸ ਕਰਕੇ ਮੀਂਹ ਦੀ ਵੀ ਬੜੀ ਘਾਟ ਸੀਗੀ। ਜਦ ਇਹ ਗੱਲ ਹੋਈ ਤਾਂ ਬਾਬਾ ਜੀ ਉਹਨੂੰ ਹੱਸ ਕੇ ਕਹਿਣ ਲੱਗੇ, ਕਹਿੰਦੇ ਭਾਈ ਵੀ ਜੇ ਤੇਰੀਆਂ ਬੱਕਰੀਆਂ ਨੂੰ ਪਾਣੀ ਇੱਥੇ ਮਿਲ ਜਾਵੇ ਫਿਰ ਤੇਰਾ ਕੀ ਇਰਾਦਾ? ਤੂੰ ਫਿਰ ਆਜੜੀ ਕਹਿਣ ਲੱਗਾ ਬਾਬਾ ਜੀ ਫਿਰ ਤਾਂ ਮੈਂ ਬੜਾ ਖੁਸ਼ ਹਾਂ। ਬਾਬਾ ਜੀ ਹੱਸ ਕੇ ਕਹਿਣ ਲੱਗੇ ਚਲੋ ਅਗਰ ਤੂੰ ਖੁਸ਼ ਹਾਂ ਤਾਂ ਫਿਰ ਤੂੰ ਕੀ ਸੇਵਾ ਕਰੂੰਗਾ? ਉਹ ਕਹਿਣ ਲੱਗਾ ਬਾਬਾ ਜੀ ਸੇਵਾ ਕੀ ਕਰਨੀ ਆ, ਮੇਰੇ ਕੋਲ ਬੱਕਰੀਆਂ ਹੈਗੀਆਂ ਜਿੰਨੀਆਂ ਦਾ ਤੁਸੀਂ ਕਹੋਗੇ ਮੈਂ ਤੁਹਾਨੂੰ ਦੁੱਧ ਛਕਾ ਦੂੰਗਾ। ਇੰਨੀ ਗੱਲ ਹੋਈ ਅਤੇ ਬਾਬਾ ਜੀ ਖੜਖੜਾ ਕੇ ਹੱਸ ਪਏ। ਕਹਿੰਦੇ ਚੱਲ ਇੱਦਾਂ ਕਰ, ਥੋੜ੍ਹਾ ਟਾਈਮ ਹੋਣਾ ਇਹਨਾਂ ਬੱਕਰੀਆਂ ਨੂੰ ਜਿਹੜਾ ਇੱਥੇ ਥੋੜ੍ਹਾ ਘੁਮਾ ਲਾ, ਚਰਾ ਲਾ, ਬਾਕੀ ਆਪਾਂ ਜਾਣੀ ਕਿ ਦੇਖਦੇ ਹਾਂ ਕਿ ਵਾਹਿਗੁਰੂ ਕੋਈ ਨਾ ਕੋਈ ਇੰਤਜ਼ਾਮ ਤੇਰਾ ਕਰ ਹੀ ਦੇਊਗਾ। ਦੇਖੋ ਜੀ ਉਹ ਆ ਜਿਹੜਾ ਸੀ ਬੱਕਰੀਆਂ ਨੂੰ ਉੱਥੇ ਬਾਬਾ ਜੀ ਦੇ ਨਜ਼ਦੀਕ ਜਦ ਉਹਨੇ ਚਾਰਨੀਆਂ ਸ਼ੁਰੂ ਕਰ ਦਿੱਤੀਆਂ। ਹੁਣ ਮਹਾਂਪੁਰਖਾਂ ਦੇ ਗੈਬੀ ਇਸ਼ਾਰੇ ਹੁੰਦੇ ਆ, ਅਤੇ ਗਿੰਮੇ ਗੁਰਬਾਣੀ ਦਾ ਫਰਮਾਨ ਹੈ ਕਿ ਜੋ ਚਿਤਵੇ ਸਾਧ ਜਨ ਸੋ ਲੇਤਾ ਮਾਨ, ਕਿ ਜਿਹੜਾ ਮਹਾਂਪੁਰਖਾਂ ਦੇ ਅੰਦਰ ਚਿਤਵਾ ਹੁੰਦਾ, ਇੱਛਾ ਹੁੰਦੀ, ਉਹ ਫੌਰਨ ਹੀ ਪਰਮੇਸ਼ਰ ਪੂਰੀ ਕਰ ਦਿੰਦਾ। ਕਿਉਂਕਿ ਪਰਮੇਸ਼ਰ ਨੂੰ ਮਹਾਂਪੁਰਖਾਂ ਦੀ ਜਿਹੜੀ ਇੱਛਾ ਹੈ ਉਸ ਨੂੰ ਪੂਰੀ ਕਰਨ ਦੇ ਵਿੱਚ ਬਹੁਤ ਜ਼ਿਆਦਾ ਪ੍ਰਸੰਨਤਾ ਹੁੰਦੀ ਹੈ। ਦੇਖੋ ਕਹਿੰਦੇ ਉੱਥੋਂ ਇੱਕ ਛੋਟੀ ਜਿਹੀ ਬਦਲੀ ਉੱਠੀ, ਉਹ ਐਸੀ ਬਦਲੀ ਉੱਠੀ ਤਾਂ ਕਹਿੰਦੇ ਮੀਂਹ ਬੜਾ ਪਿਆ। ਜਦ ਮੀਂਹ ਬੜਾ ਪਿਆ, ਜਿੰਨੇ ਵੀ ਵੱਡੇ ਛੋਟੇ ਜਿੰਨੇ ਵੀ ਚੋਭੇ ਸੀਗੇ, ਟੋਏ ਸੀਗੇ, ਸਾਰੇ ਪਾਣੀ ਨਾਲ ਭਰ ਗਏ। ਜਦ ਪਾਣੀ ਨਾਲ ਭਰ ਗਏ ਤਾਂ ਫਿਰ ਉਸ ਆਜੜੀ ਨੇ ਕੀਤਾ, ਸਾਰੀਆਂ ਜਿਹੜੀਆਂ ਬੱਕਰੀਆਂ ਸੀਗੀਆਂ ਉਹਨਾਂ ਨੂੰ ਪਾਣੀ ਮਹਾਂਪੁਰਖਾਂ ਦੇ ਬੈਠਿਆਂ ਪਿਲਾਤਾ। ਜਦ ਬੱਕਰੀਆਂ ਪੂਰੀਆਂ ਪਾਣੀ ਪੀ ਗਈਆਂ, ਪੂਰੀ ਤਰ੍ਹਾਂ ਰੱਜ ਗਈਆਂ, ਅਤੇ ਮੀਂਹ ਵੀ ਬੰਦ ਹੋ ਗਿਆ। ਉਸ ਤੋਂ ਬਾਅਦ ਉਹ ਆਜੜੀ ਫਿਰ ਮਹਾਂਪੁਰਖ ਕੋਲ ਆਇਆ ਅਤੇ ਆ ਕੇ ਕਹਿਣ ਲੱਗਾ ਬਾਬਾ ਜੀ ਕਿ ਤੁਹਾਡੀ ਕਿਰਪਾ ਦੇ ਨਾਲ ਬਾਰਿਸ਼ ਬੜੀ ਹੋਈ ਆ ਅਤੇ ਮੇਰੀਆਂ ਬੱਕਰੀਆਂ ਰੱਜ ਕੇ ਮੀਂਹ ਵੀ ਪੀ ਲਿਆ, ਟੋਏ ਟਿੱਬੇ ਵੀ ਭਰ ਗਏ ਆ, ਹੁਣ ਮੈਨੂੰ ਦੂਰ ਜਾਣ ਦੀ ਲੋੜ ਨਹੀਂ। ਕਈ ਦਿਨਾਂ ਦਾ ਪਾਣੀ ਜਿਹੜਾ ਹੈਗਾ ਉਹ ਉਪਲਬਧ ਹੋ ਗਿਆ ਬੱਕਰੀਆਂ ਨੂੰ, ਹੁਣ ਮੇਰੀਆਂ ਬੱਕਰੀਆਂ ਧਿਆਈਆਂ ਨਹੀਂ ਰਹਿਣਗੀਆਂ। ਅਤੇ ਬਾਬਾ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਭਾਈ ਇਹ ਤਾਂ ਤੇਰੀ ਜਿਹੜੀ ਸੀਗੀ ਉਹ ਤੇਰੀਆਂ ਬੱਕਰੀਆਂ ਦੀ ਅਰਦਾਸ ਬੇਨਤੀ ਜਿਹੜੀ ਸੀ ਉਹ ਪਰਮੇਸ਼ਰ ਨੇ ਸੁਣ ਲਈ ਆ। ਜਦ ਇੰਨੀ ਗੱਲ ਹੋਈ ਤਾਂ ਫਵਾਜੜੀ ਕਹਿਣ ਲੱਗਾ ਬਾਬਾ ਜੀ ਕਿ ਹੁਣ ਤਾਂ ਬੱਕਰੀਆਂ ਵੀ ਪ੍ਰਸੰਨ ਆ, ਤੁਸੀਂ ਵੀ ਪ੍ਰਸੰਨ ਆ, ਵਾਹਿਗੁਰੂ ਵੀ ਪ੍ਰਸੰਨ ਹੈ, ਤਾਂ ਮੇਰੀ ਤਾਂ ਪ੍ਰਸੰਨਤਾ ਇਸ ਤਰ੍ਹਾਂ ਹੀ ਹੈਗਾ ਕਿ ਮੈਂ ਤੁਹਾਨੂੰ ਕੁਛ ਦੁੱਧ ਛਕਾ ਦਿਆਂ। ਅਤੇ ਬਾਬਾ ਜੀ ਕਹਿਣ ਲੱਗੇ ਜਿਵੇਂ ਤੇਰੀ ਮੌਜ ਆ। ਫਿਰ ਉਸ ਆਜੜੀ ਨੇ 6 ਬੱਕਰੀਆਂ ਦਾ ਦੁੱਧ ਜਿਹੜਾ ਸੀਗਾ ਉਹ ਚੋਇਆ ਸੀਗਾ, ਅਤੇ ਸੰਤ ਬਾਬਾ ਬਹਾਲ ਦਾਸ ਜੀ ਨੇ ਉਹ ਦੁੱਧ ਗਰਮ ਕਰਕੇ ਫਿਰ ਬਾਬਾ ਜੀ ਨੂੰ ਛਕਾਇਆ ਸੀਗਾ, ਆਪ ਵੀ ਛਕਿਆ, ਉਸ ਆਜੜੀ ਨੇ ਵੀ ਛਕਿਆ, ਅਤੇ ਬਾਕੀ ਹੋਰ ਜਿਹੜੀ ਸੰਗਤ ਆਈ ਸੀ ਨਾ ਉਹਨੇ ਵੀ ਛਕਿਆ ਸੀਗਾ ਦੁੱਧ ਜਿਹੜਾ ਸੀਗਾ। ਇਸ ਤਰ੍ਹਾਂ ਮਹਾਂਪੁਰਖਾਂ ਨੇ ਜਿਹੜੀ ਸੀਗੀ ਇਹ ਕਿਰਪਾ ਜਿਹੜੀ ਸੀਗੀ ਉਸ ਆਜੜੀ ਦੀਆਂ ਬੱਕਰੀਆਂ ਦੇ ਉੱਤੇ ਜਿਹੜੀ ਸੀ ਇਸ ਬਹਾਨੇ ਕਰ ਦਿੱਤੀ ਸੀਗੀ। ਸੋ ਅਗਲੀ ਜਿਹੜੀ ਵਿਚਾਰ ਹੈ ਸਰਦਾਰ ਝੰਡਾ ਸਿੰਘ ਹੁਣਾਂ ਨੇ ਸੁਣਾਈ ਆ। ਉਹਨਾਂ ਨੇ ਦੱਸਿਆ ਸੀਗਾ ਕਿ ਜਿਹੜਾ ਸੇਮਾ ਪਿੰਡ ਸੀਗਾ ਇਸ ਸੇਮੇ ਪਿੰਡ ਵਿੱਚ ਮਹਾਂਪੁਰਖਾਂ ਨੇ ਕਈਆਂ ਦੇ ਨਾਲ ਘੋਲ ਕੁਸ਼ਤੀ ਵੀ ਜਿਹੜੀ ਸੀ ਕੀਤੀ ਸੀਗੀ, ਅਤੇ ਮਹਾਂਪੁਰਖ ਜਿਹੜੇ ਸੀ ਜਿਹਦੇ ਨਾਲ ਵੀ ਘੋਲ ਕੁਸ਼ਤੀ ਕਰ ਲੈਂਦੇ ਸੀ ਉਹਦੀ ਜਦੋਂ ਪਿੱਠ ਲਾ ਦਿੰਦੇ ਸੀ ਮਹਾਂਪੁਰਖ ਬੜੇ ਪ੍ਰਸੰਨ ਹੁੰਦੇ ਸੀਗੇ। ਇਸ ਤਰ੍ਹਾਂ ਕਹਿੰਦੇ ਕੀ ਹੋਇਆ, ਇੱਕ ਵਾਰੀ ਬਿਸ਼ਨ ਸਿੰਘ ਜਿਹੜਾ ਸੀਗਾ, ਕਹਿੰਦੇ ਉਹ ਜਿਹੜਾ ਬਿਸ਼ਨ ਸਿੰਘ ਸੀਗਾ ਸਰੀਰ ਦਾ ਬੜਾ ਸਡੌਲ ਸੀਗਾ ਅਤੇ ਕੁਸ਼ਤੀ 'ਚ ਬੜਾ ਮਾਹਿਰ ਸੀਗਾ, ਅਤੇ ਲੋਕੀ ਜਿਹੜੇ ਸੀ ਉਹਨੂੰ ਖਿੱਭ ਰੱਖਦੇ ਹੁੰਦੇ ਸੀ। ਉਹ ਬਾਬਾ ਜੀ ਦੇ ਦਰਸ਼ਨ ਕਰਨ ਆ ਗਿਆ। ਜਦ ਬਾਬਾ ਜੀ ਦੇ ਦਰਸ਼ਨ ਕਰਨ ਆਇਆ, ਜਦ ਮੱਥਾ ਟੇਕ ਕੇ ਕੋਲ ਬੈਠਾ, ਅਤੇ ਉਹਨੇ ਜਦ ਬਾਬਾ ਜੀ ਦੇ ਸਰੀਰ ਵੱਲ ਦੇਖਿਆ ਅਤੇ ਮਨ 'ਚ ਸੋਚਿਆ ਕਿ ਸੰਤ ਮਹਾਂ ਸਿੰਘ ਮਹਾਂਪੁਰਖਾਂ ਦਾ ਸਰੀਰ ਵੀ ਭਲਵਾਨੀ ਲੱਗਦਾ ਹੈਗਾ ਵੀ ਇਹ ਵੀ ਆਪਣੇ ਸਮੇਂ ਵਿੱਚ ਕੁਸ਼ਤੀ ਕਰਦੇ ਰਹੇ ਆ।
ਜਦ ਇਹ ਜਿਹੜੀ ਵਿਚਾਰ ਸੀਗੀ ਬਿਸ਼ਨ ਸਿੰਘ ਦੇ ਅੰਦਰ ਚੱਲੀ ਤਾਂ ਮਹਾਂਪੁਰਖਾਂ ਨੇ ਉਹਦੇ ਵੱਲ ਦੇਖ ਕੇ ਉਹਨੂੰ ਸੁਭਾਵਿਕ ਹੀ ਕਹਿਣ ਲੱਗੇ, ਕਹਿੰਦੇ ਵੀ ਬਿਸ਼ਨ ਸਿੰਘ ਲੱਗਦਾ ਤੂੰ ਸਾਡੇ ਨਾਲ ਕੁਸ਼ਤੀ ਕਰਨ ਆਇਆ ਅੱਜ। ਜਦ ਇੰਨੀ ਗੱਲ ਹੋਈ ਤਾਂ ਬਿਸ਼ਨ ਸਿੰਘ ਕਹਿਣ ਲੱਗਾ, ਕਹਿੰਦਾ ਮਹਾਰਾਜ ਵੀ ਕੁਸ਼ਤੀਆਂ ਤਾਂ ਮੈਂ ਤੁਹਾਡੀਆਂ ਸੁਣੀਆਂ ਵੀ ਤੁਸੀਂ ਕਰ ਲੈਂਦੇ ਆ, ਚਲੋ ਅਗਰ ਤੁਹਾਡੀ ਵਿਚਾਰ ਹੈਗੀ ਹੈ ਤਾਂ ਆਪਾਂ ਵੀ ਦੋਨੇ ਜਣੇ ਕੁਸ਼ਤੀ ਕਰਕੇ ਅੱਜ ਦੇਖ ਲੈਂਦੇ ਹਾਂ। ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਹੱਸ ਪਏ ਕਹਿਣ ਲੱਗੇ, ਕਹਿੰਦੇ ਚੰਗਾ ਬਿਸ਼ਨ ਸਿੰਘ ਜਿਵੇਂ ਤੇਰੀ ਇੱਛਾ ਹੈਗੀ ਆ। ਦੇਖੋ ਬਿਸ਼ਨ ਸਿੰਘ ਤੇ ਸੰਤ ਮਹਾਂਪੁਰਖ ਬਾਬਾ ਹਰਨਾਮ ਸਿੰਘ ਦੀ ਆਪਸ ਵਿੱਚ ਉਹਨਾਂ ਨੇ ਜਿਹੜੀ ਸੀ ਉੱਥੇ ਕੁਸ਼ਤੀ ਕਰ ਲਈ। ਜਦ ਕੁਸ਼ਤੀ ਕੀਤੀ ਤਾਂ ਬਿਸ਼ਨ ਸਿੰਘ ਦੇ ਆਸਾਨੀ ਦੇ ਨਾਲ ਮਹਾਂਪੁਰਖ ਨੇ ਜਦ ਮੋਢੇ ਲਵਾਤੇ ਤਾਂ ਮਹਾਂਪੁਰਖ ਹੱਸਣ ਲੱਗ ਪਏ। ਤਾਂ ਬਿਸ਼ਨ ਸਿੰਘ ਨੂੰ ਆਪਣੇ ਸਰੀਰ ਦਾ ਸਾਰਾ ਜਿਹੜਾ ਮਾਣ ਸੀਗਾ ਨਾ ਉਹ ਸਾਰਾ ਜਿਹੜਾ ਉਹਦੇ ਅੰਦਰੋਂ ਜਾਂਦਾ ਲੱਗਾ। ਮਨ ਵਿੱਚ ਬੜਾ ਹੈਰਾਨ ਹੋਇਆ ਕਿ ਮੈਂ ਬੜੇ ਕੰਮ ਕੀਤੇ ਆ ਪਰ ਮਹਾਂਪੁਰਖਾਂ ਨੇ ਤਾਂ ਮੈਨੂੰ ਬੜੀ ਆਸਾਨੀ ਨਾਲ ਜਿਹੜਾ ਹਰਾਤਾ ਹੈਗਾ। ਫਿਰ ਜਦ ਬਿਸ਼ਨ ਸਿੰਘ ਆਪਣੇ ਗਿਆ ਤਾਂ ਇਹਦਾ ਇੱਕ ਸਾਥੀ ਮਿੱਤਰ ਸੀ ਜਿਹਦਾ ਨਾਂ ਹੈ ਨਾ ਕੱਕੜ ਸਿੰਘ ਸੀ। ਇਹ ਕੱਕੜ ਸਿੰਘ ਵੀ ਬੜੀ ਕੁਸ਼ਤੀ ਕਰਦਾ ਹੁੰਦਾ ਸੀ। ਬਿਸ਼ਨ ਸਿੰਘ ਕੀਤਾ ਅਗਲੇ ਦਿਨ ਕੱਕੜ ਸਿੰਘ ਨੂੰ ਲੈ ਕੇ ਆਇਆ ਤੇ ਬਾਬਾ ਜੀ ਨੂੰ ਕਹਿਣ ਲੱਗੇ, ਬਾਬਾ ਜੀ ਵੀ ਉਸ ਦਿਨ ਤਾਂ ਚਲੋ ਮੈਂ ਹਾਰ ਗਿਆ ਸੀਗਾ, ਅੱਜ ਮੈਂ ਇੱਕ ਹੋਰ ਪਹਿਲਵਾਨ ਲੈ ਕੇ ਆਇਆ, ਤੁਸੀਂ ਇਹਦੇ ਨਾਲ ਕੁਸ਼ਤੀ ਕਰ ਲਓ। ਜਦ ਇੰਨੀ ਗੱਲ ਹੋਈ ਆ ਤੇ ਜਦ ਕੁਸ਼ਤੀ ਕਰਨ ਲੱਗੇ ਤੇ ਕੱਕੜ ਸਿੰਘ ਵੀ ਜਿਹੜਾ ਸੀਗਾ ਮਹਾਂਪੁਰਖਾਂ ਨੇ ਹਰਾਤਾ। ਜਦ ਕੁਸ਼ਤੀ 'ਚ ਉਹਦੇ ਵੀ ਮੋਢੇ ਲੱਗ ਗਏ ਤੇ ਭਾਈ ਬਿਸ਼ਨ ਸਿੰਘ ਤੇ ਆਪਣੇ ਕੱਕੜ ਸਿੰਘ ਇਹਨਾਂ ਦਾ ਮਿੱਤਰ ਜਿਹੜਾ ਸੀਗਾ ਦੋਨੇ ਸੋਚੀ ਪੈ ਗਏ ਵੀ ਕਹਿੰਦੇ ਚੰਗੀ ਗੱਲ ਹੋਈ ਆ। ਅਸੀਂ ਬਾਬਾ ਜੀ ਨੂੰ ਤਾਂ ਜਿਹੜਾ ਸੀਗੇ ਬੜੇ ਸਧਾਰਨ ਸਮਝਦੇ ਸੀ ਪਰ ਇਹ ਸਰੀਰ ਦੇ ਵਿੱਚ ਬੜੇ ਬਲਵਾਨ ਨਿਕਲੇ ਆ ਵੀ ਹੁਣ ਕਿਵੇਂ ਹੋਵੇ। ਇਹ ਜਦ ਹੈ ਨਾ ਉੱਥੋਂ ਪਿੰਡ ਚਲੇ ਗਏ। ਪਿੰਡ ਜਾ ਕੇ ਦੋਨਾਂ ਨੇ ਨਾ ਸਲਾਹ ਕੀਤੀ ਆਪਸ ਵਿੱਚ ਵੀ ਇੱਦਾਂ ਕਰਦੇ ਆ, ਅਗਲੇ ਦਿਨ ਜਾਂਦੇ ਆ ਤੇ ਬਾਬਾ ਜੀ ਨੂੰ ਇਹ ਸਕੀਮ ਦਿੰਦੇ ਆ ਕਿ ਤੁਹਾਡਾ ਸਰੀਰ ਬੜਾ ਤਕੜਾ ਹੈਗਾ, ਇਸ ਕਰਕੇ ਅਸੀਂ ਦੋ ਜਣੇ ਇੱਕ ਪਾਸੇ ਹੋ ਜਾਂਦੇ, ਤੁਸੀਂ ਇਕੱਲੇ ਇੱਕ ਪਾਸੇ ਹੋ ਜਾਓ, ਤੇ ਜੇ ਅਸੀਂ ਦੋ ਜਣੇ ਜਿੱਤ ਗਏ ਤੇ ਫਿਰ ਅਸੀਂ ਹੈ ਨਾ ਤੁਹਾਨੂੰ ਚੱਕ ਕੇ ਜਿਹੜਾ ਹੈ ਨਾ ਸੇਮਾ ਪਿੰਡ ਲੈ ਜਾਵਾਂਗੇ। ਕਿਉਂਕਿ ਮਹਾਂਪੁਰਖ ਜਿਹੜੇ ਸੀਗੇ ਕਿਸੇ ਨਗਰ ਦੇ ਵਿੱਚ ਨਹੀਂ ਸੀ ਜਾਂਦੇ, ਨਗਰ ਤੋਂ ਬਾਹਰ ਜਾ ਕੇ ਸਥਾਨ ਲਾਉਂਦੇ ਹੁੰਦੇ ਸੀ। ਇਹ ਸੋਚ ਕੇ ਹੈ ਨਾ ਭਾਈ ਬਿਸ਼ਨ ਸਿੰਘ ਤੇ ਇਹਦਾ ਸਾਥੀ ਕੱਕੜ ਸਿੰਘ, ਇਹ ਜਿਹੜਾ ਕੱਕੜ ਸਿੰਘ ਸੀਗਾ, ਇਹ ਦੋਨੇ ਇਕੱਠੇ ਹੋ ਕੇ ਜਦ ਆਏ ਇਹਨਾਂ ਨੇ ਆਪਣਾ ਜਿਹੜਾ ਕੁਸ਼ਤੀ ਦਾ ਪ੍ਰਸਤਾਵ ਸੀਗਾ ਮਹਾਂਪੁਰਖਾਂ ਨੂੰ ਇਹ ਦੱਸ ਦਿੱਤਾ ਕਿ ਮਹਾਂਪੁਰਖੋ ਅਸੀਂ ਦੋਨੇ ਜਣੇ ਇੱਕ ਪਾਸੇ ਕੁਸ਼ਤੀ ਕਰਦੇ ਹਾਂ ਇਕੱਠੇ ਹੋ ਕੇ, ਤੇ ਤੁਸੀਂ ਇੱਕ ਪਾਸੇ ਇਕੱਲੇ ਹੋ ਕੇ ਕਰੋ, ਤੇ ਜੇ ਅਸੀਂ ਤੁਹਾਡੇ ਨਾਲ ਦੋਨੇ ਜਣੇ ਕੁਸ਼ਤੀ 'ਚ ਜਿੱਤ ਗਏ ਤੇ ਤੁਹਾਨੂੰ ਅਸੀਂ ਚੱਕ ਕੇ ਹੈ ਨਾ ਫਿਰ ਸੇਮੇ ਪਿੰਡ ਲੈ ਜਾਵਾਂਗੇ। ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਫਿਰ ਉਹਨਾਂ ਨੂੰ ਕਹਿਣ ਲੱਗੇ, ਕਹਿੰਦੇ ਦੇਖੋ ਭਾਈ ਅਸੀਂ ਹੈਗੇ ਹਾਂ ਸਾਧ, ਅਸੀਂ ਪਿੰਡਾਂ 'ਚੋਂ ਕੀ ਲੈਣਾ ਹੈਗਾ, ਅਸੀਂ ਪਿੰਡਾਂ ਤੋਂ ਬਾਹਰ ਜਾ ਕੇ ਬੈਠ ਕੇ ਜਾਣੀ ਕੋਈ ਆਇਆ ਗਿਆ, ਕੋਈ ਮੁਸਾਫਰ ਹੈਗਾ, ਕੋਈ ਦੁਖੀ ਦੀਨ ਜਿਹੜਾ ਹੈਗਾ, ਕੋਈ ਦੁਖੀ ਹੈ, ਉਹਦੀ ਅਸੀਂ ਜਾਣੀ ਕਿ ਕੋਸ਼ਿਸ਼ ਕਰਦੇ ਹਾਂ ਕਿ ਉਹਦੀ ਦਿਲੋਂ ਕਿਸੇ ਨਾ ਕਿਸੇ ਤਰੀਕੇ ਨਾਲ ਸਹਾਇਤਾ ਹੋ ਸਕੇ। ਬਾਕੀ ਰਹੀ ਤੁਹਾਡੀ ਕੁਸ਼ਤੀ ਕਰਨ ਦੀ ਗੱਲ, ਕੁਸ਼ਤੀ ਅਸੀਂ ਤਾਂ ਤੁਹਾਡੇ ਨਾਲ ਕਰਨੀ ਆ, ਪਰ ਜੇ ਤੁਸੀਂ ਹੈ ਨਾ ਸਾਨੂੰ ਤੁਸੀਂ ਚੱਕ ਕੇ ਜਿਹੜਾ ਹੈਗਾ ਸੇਮੇ ਪਿੰਡ ਨਹੀਂ ਲੈ ਕੇ ਜਾਣਾ। ਉਹ ਕਹਿਣ ਲੱਗੇ ਕਿ ਤੁਹਾਨੂੰ ਇਸ ਪਿੰਡ ਤੋਂ ਕੀ ਡਰ ਲੱਗਦਾ। ਮਹਾਂਪੁਰਖ ਕਹਿੰਦੇ ਵੀ ਸਾਡਾ ਪ੍ਰਣ ਹੈਗਾ ਕਿ ਅਸੀਂ ਕਿਸੇ ਪਿੰਡ ਨਹੀਂ ਜਾਂਦੇ ਹੈਗੇ, ਇਹ ਸਾਡਾ ਕੌਲ ਹੁੰਦਾ, ਸਾਡਾ ਵਚਨ ਹੁੰਦਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਉਹ ਦੋਨੇ ਚੁੱਪ ਕਰ ਗਏ, ਪਰ ਫਿਰ ਵੀ ਹੈ ਨਾ ਮਹਾਂਪੁਰਖਾਂ ਨੇ ਬਿਸ਼ਨ ਸਿੰਘ ਤੇ ਕਾਕੜ ਸਿੰਘ ਇਹਨਾਂ ਦੋਨਾਂ ਦੇ ਨਾਲ ਜਿਹੜੀ ਸੀ ਜਦ ਕੁਸ਼ਤੀ ਕੀਤੀ, ਕੁਸ਼ਤੀ ਕਰਦਿਆਂ ਮਹਾਂਪੁਰਖਾਂ ਨੇ ਹੈ ਨਾ ਥੋੜ੍ਹੇ ਟਾਈਮ ਬਾਅਦ ਹੁਣ ਦੋਨਾਂ ਨੂੰ ਕਹਿ ਤਾ, ਕਹਿੰਦੇ ਭਾਈ ਵੀ ਹੁਣ ਤੁਸੀਂ ਜਾਓ, ਅਸੀਂ ਜਿੰਨੀ ਤੁਹਾਡੇ ਨਾਲ ਕੁਸ਼ਤੀ ਕਰਨੀ ਸੀ ਕਰ ਲਈ ਆ। ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖਾਂ ਦੇ ਇਹ ਬਚਨ ਸੁਣ ਕੇ ਬਿਸ਼ਨ ਸਿੰਘ ਦੇ ਮਨ 'ਚ ਆਇਆ ਵੀ ਮਹਾਂਪੁਰਖਾਂ ਨੇ ਹਾਰ ਮੰਨ ਲਈ ਆ। ਜਦ ਇੰਨੀ ਗੱਲ ਹੋਈ ਤਾਂ ਬਿਸ਼ਨ ਸਿੰਘ ਮਹਾਂਪੁਰਖਾਂ ਨੂੰ ਕਹਿਣ ਲੱਗਾ ਵੀ ਲੱਗਦਾ ਤੁਸੀਂ ਹਾਰ ਮੰਨ ਲਈ, ਇਸ ਕਰਕੇ ਅਸੀਂ ਤੁਹਾਨੂੰ ਚੱਕ ਕੇ ਹੈ ਨਾ ਹੁਣ ਅਸੀਂ ਸੇਮਾ ਪਿੰਡ ਲੈ ਕੇ ਜਾਣਾ ਹੈਗਾ। ਜਦ ਇੰਨੀ ਗੱਲ ਹੋਈ ਆ ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਬਚਨ ਨਹੀਂ ਤੋੜਨਾ ਹੈਗਾ, ਮੈਨੂੰ ਕਿਸੇ ਪਾਸੇ ਲੈ ਕੇ ਨਹੀਂ ਜਾਣਾ ਹੈਗਾ, ਤੇ ਜੋ ਬਚਨ ਹਨ ਉੱਤੇ ਪਹਿਰਾ ਦਿਓ। ਪਰ ਕਰਦਿਆਂ ਭਾਈ ਬਿਸ਼ਨ ਸਿੰਘ ਨੇ ਨਾ ਮੁੱਲੋ ਮੁੱਲੀ ਮਹਾਂਪੁਰਖਾਂ ਦੇ ਜਾਣੀ ਕਿ ਥੱਲੇ ਆਪਣਾ ਮੋਢਾ ਲਾ ਕੇ ਮਹਾਂਪੁਰਖਾਂ ਨੂੰ ਚੱਕ ਲਿਆ। ਚੱਕ ਕੇ ਜਦ ਸੇਮੇ ਪਿੰਡ ਵੱਲ ਨੂੰ ਤੁਰਨ ਲੱਗਾ, ਮਹਾਂਪੁਰਖਾਂ ਨੇ ਦੂਜੀ ਵਾਰੀ ਫੇਰ ਨੂੰ ਚਿਤਾਰਿਆ ਵੀ ਭਾਈ ਤੂੰ ਇਸ ਤਰ੍ਹਾਂ ਨਾ ਕਰ। ਪਰ ਤੀਜੀ ਵਾਰੀ ਕਹਿਣ ਦੇ ਉੱਤੇ ਵੀ ਜਦ ਬਿਸ਼ਨ ਸਿੰਘ ਜਿਹੜਾ ਸੀ ਉਹ ਨਹੀਂ ਰੁਕਿਆ, ਮਹਾਂਪੁਰਖਾਂ ਨੂੰ ਥੋੜ੍ਹਾ ਜ਼ੋਰ ਲਾ ਕੇ ਜਬਰੀ ਜਦ ਸੇਮੇ ਪਿੰਡ ਖਾਣ ਲੱਗਾ ਤੇ ਮਹਾਂਪੁਰਖਾਂ ਦੇ ਕੁਦਰਤੀ ਉਸ ਟਾਈਮ ਹਨ ਮੂੰਹੋਂ ਜਿਹੜੇ ਜੋ ਬਚਨ ਨਿਕਲੇ ਉਹ ਇਹ ਨਿਕਲਿਆ ਸੀ, ਤੇਰੀਆਂ ਜੜ੍ਹਾਂ ਪੱਟੀਆਂ ਜਾਣ ਤੂੰ ਸਾਨੂੰ ਛੱਡ ਦੇ। ਜਦ ਇੰਨੀ ਗੱਲ ਹੋਈ ਆ ਬਸ ਇਹ ਬਚਨ ਐਸਾ ਸੀਗਾ ਕਿ ਜਿਹੜਾ ਇਉਂ ਕਹਿ ਲਓ ਵੀ ਮਹਾਂਪੁਰਖਾਂ ਦਾ ਬਚਨ ਜਿਹੜਾ ਹੈਗਾ ਉਹ ਜਦੋਂ ਵੀ ਚੱਲਦਾ ਹੈਗਾ ਫਿਰ ਉਹਨੂੰ ਰੋਕਣਾ ਜਿਹੜਾ ਹੈਗਾ ਅਮੋਘ ਬਚਨ ਹੁੰਦਾ ਹੈਗਾ, ਉਹਨੂੰ ਜਿਹੜਾ ਰੋਕਿਆ ਨਹੀਂ ਜਾ ਸਕਦਾ। ਬਸ ਇਹ ਗੱਲ ਹੋਈ ਸੀ ਤੇ ਇਹ ਗੱਲ ਦੀ ਜਿਹੜੀ ਖਬਰ ਸੀਗੀ ਫਿਰ ਜਿਹੜੀ ਸੀ ਉਹ ਸਾਰੇ ਪਾਸੇ ਪੈ ਗਈ ਵੀ ਮਹਾਂਪੁਰਖਾਂ ਦਾ ਬਚਨ ਨਿਕਲਿਆ ਕਿ ਤੇਰੀਆਂ ਜਿਹੜੀਆਂ ਜੜ੍ਹਾਂ ਹੈਗੀਆਂ ਪੱਟੀਆਂ ਜਾਣ। ਤੇ ਕਹਿੰਦੇ ਫਿਰ ਥੋੜ੍ਹੇ ਚਿਰਾਂ ਬਾਅਦ ਹੈ ਫਿਰ ਬਿਸ਼ਨ ਸਿੰਘ ਦੇ ਜਿਹੜੇ ਦੋ ਲੜਕੇ ਸੀ ਉਹਨਾਂ ਦੀ ਮੌਤ ਹੋ ਗਈ ਸੀ, ਦੋ ਹੀ ਲੜਕੇ ਸੀ ਇਹਦੇ। ਉਸ ਤੋਂ ਬਾਅਦ ਫਿਰ ਬਿਸ਼ਨ ਸਿੰਘ ਦੀ ਜਿਹੜੀ ਕੁੱਲ ਸੀ ਫਿਰ ਅੱਗੇ ਨਹੀਂ ਸੀ ਚੱਲੀ। ਇਸ ਤੋਂ ਬਾਅਦ ਇੱਕ ਭਾਈ ਗੱਜਣ ਸਿੰਘ ਜੀ ਹੋਏ ਆ। ਜਿਹੜੀ ਭਾਈ ਗੱਜਣ ਸਿੰਘ ਦੀ ਜ਼ਮੀਨ ਸੀਗੀ ਇਹ ਜਿੱਥੇ ਬਾਬਾ ਜੀ ਜਿਹੜੇ ਸੀਗੇ ਉੱਥੇ ਰਹਿ ਰਹੇ ਸੀ ਉਹਦੇ ਸਾਹਮਣੇ ਸੀਗੀ, ਤੇ ਉੱਥੇ ਗੱਜਣ ਸਿੰਘ ਦਾ ਉਸ ਜ਼ਮੀਨ ਦੇ ਵਿੱਚ ਹਿੱਸਾ ਸੀਗਾ। ਜਿਹੜੇ ਹਿੱਸੇਦਾਰ ਸੀ ਉਹ ਪਿੰਡ ਬੀਬੀ ਵਾਲੇ ਪਿੰਡ ਦੇ ਜਿਹੜੇ ਸੀਗੇ ਕੁਛ ਸਰਦਾਰ ਸੀਗੇ।
ਸੋ ਇਹ ਜਿਹੜੀ ਵਾਰਦਾਤ ਹੈਗੀ ਆ ਇਹ ਹਜੂਰਾ ਸਿੰਘ ਮਿਸਤਰੀ ਹੁਣਾਂ ਨੇ ਜਿਹੜੀ ਹੈਗੀ ਆ ਉਹ ਸਾਂਝੀ ਕੀਤੀ ਹੈਗੀ ਆ ਮਹਾਂਪੁਰਖਾਂ ਦੇ ਨਾਲ। ਉਹਦੇ ਵਿੱਚ ਉਹਨੇ ਦੱਸਿਆ ਸੀਗਾ ਕਿ ਗੱਜਣ ਸਿੰਘ ਦੀ ਜ਼ਮੀਨ ਜਿਹੜੀ ਸੀਗੀ ਉਹ ਸਾਂਝੇਦਾਰ ਸੀਗੀ, ਹਿੱਸੇਦਾਰ ਸੀਗੀ ਬੀਰਾ ਪਿੰਡ ਦੇ ਜਿਹੜੇ ਸੀਗੇ ਉਹ ਚੌਧਰੀ ਉਹਨਾਂ ਦੇ ਨਾਲ ਸੀਗੀ। ਕਹਿੰਦੇ ਕੀ ਹੋਇਆ ਕਿ ਇੱਕ ਵਾਰੀ ਜਦ ਜ਼ਮੀਨ ਗੱਜਣ ਸਿੰਘ ਵਾਹੁਣ ਲੱਗਾ ਤੇ ਇਹਦੇ ਹਿੱਸੇਦਾਰ ਵੀ ਜਿਹੜੇ ਆਏ ਇਕੱਠੇ ਹੋ ਕੇ ਜ਼ਮੀਨ ਵਾਹੁਣ ਵਾਸਤੇ। ਤੇ ਗੱਜਣ ਸਿੰਘ ਨੇ ਆਪਣੇ ਜਿੰਨੇ ਹਿੱਸੇਦਾਰ ਮਿੱਤਰ ਸੀਗੇ ਉਹਨਾਂ ਨੂੰ ਇੱਕ ਗੱਲ ਕਹਿਤੀ, ਕਹਿੰਦੇ ਭਾਈ ਜਿਸ ਜਗ੍ਹਾ ਮੇਰੀ ਜ਼ਮੀਨ ਆ ਉੱਥੇ ਮਹਾਂਪੁਰਖਾਂ ਨੇ ਆਪਣੀ ਰਿਹਾਇਸ਼ ਬਣਾਈ, ਕੁਟੀਆ ਬਣਾਈ ਹੈਗੀ ਆ। ਇਸ ਕਰਕੇ ਮਹਾਂਪੁਰਖਾਂ ਦਾ ਇੱਕ ਨੇਮ ਹੈਗਾ ਕਿ ਮਹਾਂਪੁਰਖ ਕਿਸੇ ਨੂੰ ਉੱਥੇ ਅੱਗ ਨਹੀਂ ਬਾਲਣ ਦਿੰਦੇ ਤੇ ਨਾ ਉਹਨਾਂ ਦੇ ਸਾਹਮਣੇ ਕੋਈ ਅੱਗ ਬਾਲ ਸਕਦਾ ਹੈ। ਇਸ ਕਰਕੇ ਆਪਾਂ ਜਿੰਨੇ ਦਿਨ ਉੱਥੇ ਜ਼ਮੀਨ ਵਾਹੁਣੀ ਹੈਗੀ ਆ ਤੇ ਆਪਾਂ ਰਾਸ਼ਨ ਪਾਣੀ ਇੱਥੋਂ ਸੁੱਕਾ ਲੈ ਜਾਣਾ ਹੈਗਾ। ਉਹਦੇ ਵਿੱਚ ਜਿਹੜੇ ਚਣੇ ਹੈਗੇ ਆ ਭੁੱਜੇ ਜਿਹੜੇ ਹੈ ਇੱਥੋਂ ਘਰੋਂ ਲੈ ਜਾਣੇ ਤੇ ਉਹ ਛਕਣੇ ਹੈਗੇ ਆ, ਕਿਉਂਕਿ ਇਹ ਜਿਹੜਾ ਮਹਾਂਪੁਰਖਾਂ ਦਾ ਆਪਾਂ ਵਚਨ ਹੈਗਾ ਕਿ ਸਾਡੇ ਸਾਹਮਣੇ ਕਿਸੇ ਨੇ ਅੱਗ ਨਹੀਂ ਬਾਲਣੀ, ਇਸ ਵਚਨ ਦੀ ਕੁਤਾਹੀ ਨਹੀਂ ਕਰਨੀ ਹੈ। ਦੇਖੋ ਉਸ ਟਾਈਮ ਤਾਂ ਸਾਰੇ ਜਿਹੜੇ ਨੇ ਆਪਸ ਵਿੱਚ ਹਾਂ 'ਚ ਹਾਂ ਮਿਲਾਈ, ਸਾਰੇ ਇਕੱਠੇ ਹੋ ਕੇ ਜਦ ਉਸ ਖੇਤ ਦੇ ਵਿੱਚ ਵਾਹੀ ਕਰਨ ਲੱਗ ਪਏ। ਕਰਦੇ 2-3 ਦਿਨ ਹੋਏ ਆ ਤੇ ਜਦੋਂ ਸਾਰਿਆਂ ਨੇ ਛੋਲੇ ਖਾਧੇ ਤੇ ਇੱਕ ਗੱਜਣ ਸਿੰਘ ਦਾ ਸਾਥੀ ਸੀ ਬਚਨ ਸਿੰਘ। ਇਹ ਜਿਹੜਾ ਭਾਈ ਗੱਜਣ ਸਿੰਘ ਦਾ ਸਾਥੀ ਬਚਨ ਸਿੰਘ ਸੀਗਾ ਉਹਨੇ ਗੱਜਣ ਸਿੰਘ ਨੂੰ ਕਹਿਤਾ, ਕਹਿੰਦਾ ਵੀ ਗੱਜਣ ਸਿੰਘ 2-3 ਦਿਨ ਹੋ ਗਿਆ ਆਪਾਂ ਰੋਜ਼ ਦੇ ਭੁੱਜੇ ਛੋਲੇ ਖਾਈ ਜਾਂਦੇ ਆ, ਫਿਰ ਰਾਸ਼ਨ ਤਾਂ ਆਪਣੇ ਕੋਲ ਸੁੱਕਾ ਹੈਗਾ ਹੀ, ਇੱਦਾਂ ਨਾ ਕਰੀਏ ਆਪਾਂ ਅੱਗ ਬਾਲ ਕੇ ਰੋਟੀ ਬਣਾ ਦਈਏ। ਜਦ ਇੰਨੀ ਗੱਲ ਹੋਈ ਤਾਂ ਗੱਜਣ ਸਿੰਘ ਕਹਿਣ ਲੱਗਾ, ਕਹਿੰਦਾ ਵੀ ਆਹ ਕੰਮ ਨਹੀਂ ਕਰਨਾ ਹੈਗਾ, ਕਿਉਂਕਿ ਮਹਾਂਪੁਰਖਾਂ ਦਾ ਅਸਥਾਨ ਸਾਹਮਣੇ ਹੈਗਾ ਤਾਂ ਮਹਾਂਪੁਰਖਾਂ ਦੀ ਆਪਣੀ ਜਿਹੜੀ ਨਜ਼ਰ ਹੈਗੀ 4 ਚੁਫੇਰੇ ਰਹਿੰਦੀ ਹੈਗੀ। ਜੇ ਉਹਨਾਂ ਦੇ ਸਾਹਮਣੇ ਆਪਾਂ ਅੱਗ ਬਾਲ ਦਿੱਤੀ ਤਾਂ ਕੁਛ ਵੀ ਹੋ ਸਕਦਾ ਹੈ। ਜਦ ਇੰਨੀ ਗੱਲ ਹੋਈ ਤਾਂ ਬਚਨ ਸਿੰਘ ਕਹਿਣ ਲੱਗਾ, ਕਹਿੰਦਾ ਕੁਛ ਨਹੀਂ ਹੁੰਦਾ, ਕਹਿੰਦਾ ਮਹਾਂਪੁਰਖਾਂ ਨੇ ਉੱਥੇ ਕੀ ਕਰਨਾ ਹੈਗਾ, ਭੁੱਖ ਸਾਨੂੰ ਲੱਗੀ ਆ, ਮਹਾਂਪੁਰਖਾਂ ਨੂੰ ਥੋੜ੍ਹੀ ਲੱਗੀ ਆ, ਇਸ ਕਰਕੇ ਆਪਾਂ ਅੱਗ ਬਾਲ ਕੇ ਹੁਣੇ ਰੋਟੀ ਬਣਾਉਣੀ ਆ। ਗੱਜਣ ਸਿੰਘ ਦੇ ਕਹਿੰਦੇ ਬਚਨ ਸਿੰਘ ਨੇ ਅੱਗ ਬਾਲਣੀ ਸ਼ੁਰੂ ਕਰ ਦਿੱਤੀ। ਜਦ ਅੱਗ ਦਾ ਧੂੰਆਂ ਥੋੜ੍ਹਾ ਜਿਹਾ ਬਾਹਰ ਨਿਕਲਿਆ, ਉੱਧਰੋਂ ਮਹਾਂਪੁਰਖਾਂ ਨੇ ਜਿਹੜਾ ਸੀ ਉੱਚੀ ਦੇਣੀ ਪੁਕਾਰਿਆ। ਉੱਚੀ ਦੇਣੀ ਪੁਕਾਰ ਕੇ ਕਹਿੰਦੇ ਭਾਈ ਇਹ ਅੱਗ ਜਿਹੜੀ ਆ ਇਹ ਕਿਸ ਨੇ ਮਚਾਈ ਹੈ, ਇਸ ਨੂੰ ਬੰਦ ਕਰ ਦਿਓ। ਜਦ ਇੰਨੀ ਗੱਲ ਹੋਈ ਆ ਤਾਂ ਬਸ ਇਹ ਬਚਨ ਸੁਣਦੇ ਸਾਰੇ ਬਚਨ ਸਿੰਘ ਨੇ ਜਿਹੜਾ ਸੀ ਇਹ ਕਹਿਣਾ ਸ਼ੁਰੂ ਕਰਤਾ ਮਹਾਂਪੁਰਖਾਂ ਨੂੰ ਵੀ ਇਹ ਅੱਗ ਮੈਂ ਬਚਾਈ ਆ ਤੇ ਇਹਨੂੰ ਹੋਰ ਮਚਾਉਣਾ ਕਿੰਨੇ ਆ। ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਵੀ ਤੂੰ ਸਾਹਮਣੇ ਇਹ ਜਿਹੜੀ ਅੱਗ ਤੂੰ ਬਾਲ ਰਿਹਾ ਹੈ ਇਹਨੂੰ ਤੂੰ ਬੰਦ ਕਰ ਦੇ। ਜਦੋਂ 2-3 ਵਾਰੀ ਮਹਾਂਪੁਰਖ ਨੇ ਇਸ ਤਰ੍ਹਾਂ ਕਿਹਾ, ਪਰ ਉਸ ਟਾਈਮ ਫਿਰ ਜਦ ਬਚਨ ਸਿੰਘ ਨੇ ਕੋਈ ਗੱਲ ਨਹੀਂ ਮੰਨੀ ਤਾਂ ਫਿਰ ਮਹਾਂਪੁਰਖਾਂ ਨੇ ਇਹ ਗੱਲ ਕਹਿ ਦਿੱਤੀ ਸੀ, ਕਹਿੰਦੇ ਬਚਨ ਸਿੰਘ ਦੇਖ ਲਾ ਤੂੰ ਸਾਡੀ ਗੱਲ ਨਹੀਂ ਮੰਨਦਾ ਹੈਗਾ, ਅਜੇ ਵੀ ਮੌਕਾ ਹੈਗਾ, ਤੂੰ ਅੱਗ ਬੁਝਾ ਦੇ। ਜਦ ਇੰਨੀ ਗੱਲ ਹੋਈ ਤਾਂ ਫਿਰ ਬਚਨ ਸਿੰਘ ਕਹਿਣ ਲੱਗਾ, ਕਹਿੰਦਾ ਸਾਦਾ ਤੇਰੇ ਤੋਂ ਚੁੱਪ ਕਰਕੇ ਰਹਿ ਨਹੀਂ ਹੁੰਦਾ ਹੈਗਾ, ਜੇ ਤੂੰ ਬਹੁਤਾ ਬੋਲਿਆ ਤਾਂ ਮੈਂ ਤੇਰੀ ਇੱਥੇ ਆ ਕੇ ਧੌਣ ਭੰਨ ਦਊਂਗਾ। ਦੇਖੋ ਜਦੋਂ ਇਸ ਤਰ੍ਹਾਂ ਦੇ ਜਿਹੜੇ ਕੜੱਤਣ ਬਚਨ ਸੀਗੇ ਬਚਨ ਸਿੰਘ ਨੇ ਬੋਲੇ, ਫਿਰ ਉਸ ਟਾਈਮ ਮਹਾਂਪੁਰਖਾਂ ਨੇ ਜਿਹੜੇ ਸੀਗੇ ਇੱਕੋ ਹੀ ਗੱਲ ਕਹਿ ਦਿੱਤੀ, ਕਹਿੰਦੇ ਚੰਗਾ ਬਚਨ ਸਿੰਘ ਜਿਵੇਂ ਤੇਰੀ ਮਰਜ਼ੀ ਹੈਗੀ। ਇੰਨਾ ਕਹਿਣ ਦਾ ਢੇਰ ਸੀ ਤਾਂ ਮਹਾਂਪੁਰਖਾਂ ਦੇ ਅੰਦਰੋਂ ਜਿਹੜਾ ਸ਼ਬਦ ਨਿਕਲ ਗਿਆ ਉਹ ਨਿਕਲ ਗਿਆ ਹੈ ਸ਼ੁੱਧ ਹੈ। ਜਦ ਸ਼ੁੱਧ ਹੈ ਨਿਕਲਿਆ, ਬਸ ਉਸ ਟਾਈਮ ਫਿਰ ਗੱਜਣ ਸਿੰਘ ਨੇ ਮਨ ਦੇ ਵਿੱਚ ਬੜਾ ਜਿਹੜਾ ਸੀ ਇਸ ਗੱਲ ਦਾ ਇਤਰਾਜ਼ ਕੀਤਾ ਵੀ ਬਚਨ ਸਿੰਘ ਨੇ ਮਹਾਂਪੁਰਖਾਂ ਨੂੰ ਜਾਣੀ ਇਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਬੋਲੀ ਆ। ਪਰ ਫਿਰ ਉਸ ਟਾਈਮ ਗੱਜਣ ਸਿੰਘ ਜਿਹੜਾ ਸੀਗਾ ਉਹ ਮਹਾਂਪੁਰਖਾਂ ਦੇ ਸਾਹਮਣੇ ਬਚਨ ਸਿੰਘ ਨੂੰ ਕੁਛ ਨਹੀਂ ਕਹਿ ਸਕਿਆ, ਕਿਉਂਕਿ ਫਿਰ ਉਹਨੂੰ ਪਤਾ ਸੀਗਾ ਕਿ ਬਚਨ ਸਿੰਘ ਨੂੰ ਮੈਂ ਆਪ ਸੱਦ ਕੇ ਲਿਆਂਦਾ ਇਸ ਜ਼ਮੀਨ ਦੇ ਵਿੱਚ ਕੰਮਕਾਰ ਕਰਾਉਣ ਲਈ। ਇਸ ਕਰਕੇ ਇਹ ਮੌਕੇ ਦੇ ਵਿੱਚ ਗੱਜਣ ਸਿੰਘ ਤਾਂ ਚੁੱਪ ਰਿਹਾ। ਪਰ ਜਦੋਂ ਉਹ ਸਾਰੇ ਵਾਹੀ ਕਰਕੇ ਵਾਪਸ ਮੁੜੇ ਤੇ ਬਚਨ ਸਿੰਘ ਜਿਹੜਾ ਸੀਗਾ ਉਸ ਟਾਈਮ ਗਰਮੀਆਂ ਦਾ ਦਿਨ ਸੀਗੇ ਤੇ ਕੋਠੇ ਤੇ ਚੜਿਆ, ਹਵਾ ਬੰਦ ਹੋ ਗਈ ਸੀ, ਗਰਮੀ ਬੜੀ ਸੀ। ਜਦ ਮੰਜਾ ਲੈ ਕੇ ਕੋਠੇ ਤੇ ਚੜ੍ਹ ਕੇ ਸੌਣ ਲੱਗਾ, ਰਾਤ ਨੂੰ ਅਚਨਚੇਤ ਜਿਹੜੀ ਸੀ ਬੜੇ ਜ਼ੋਰ ਦੀ ਹਨੇਰੀ ਇੰਨੇ ਜ਼ੋਰ ਦੀ ਹਨੇਰੀ ਆਈ ਕਿ ਬਚਨ ਸਿੰਘ ਨੀਂਦ ਤੋਂ ਯਕਦਮ ਉੱਠਿਆ। ਉੱਠ ਕੇ ਦੇਖਿਆ ਤਾਂ ਸਾਰੇ ਪਾਸੇ ਜਿਹੜੇ ਸੀਗੇ ਉਹ ਹਨੇਰ ਗਰਦੀ ਛਾਈ ਸੀ, ਕੋਈ ਦਿਖਾਈ ਨਹੀਂ ਸੀ ਦੇ ਰਿਹਾ। ਪਰ ਬਚਨ ਸਿੰਘ ਕਾਹਲੀ 'ਚ ਉੱਠ ਕੇ ਜਦੋਂ ਮੰਜੀ ਚੱਕ ਕੇ ਥੱਲੇ ਉਤਰਨ ਲੱਗਾ ਤੇ ਪੌੜੀ ਦੀ ਜਗ੍ਹਾ ਜਾਣੀ ਦੂਸਰੇ ਪਾਸੇ ਉਤਰ ਗਿਆ ਤੇ ਸਿੱਧਾ ਹੀ ਕੋਠੇ ਤੋਂ ਥੱਲੇ ਸਣੇ ਮੰਜੇ ਡਿੱਗਿਆ। ਡਿੱਗਦੇ ਸਾਰ ਬਚਨ ਸਿੰਘ ਦੀ ਧੌਣ ਜਿਹੜੀ ਸੀਗੀ ਉਹਦੇ ਕਈ ਜਿਹੜੇ ਸੀਗੇ ਟੋਟੇ ਹੋ ਗਏ ਸੀਗੇ। ਕਹਿਣ ਦਾ ਭਾਵ ਹੈ ਕਿ ਉਹਦੀ ਜਿਹੜੀ ਧੌਣ ਸੀਗੀ ਉਹ ਜਿਵੇਂ ਉਹਨੇ ਮਹਾਂਪੁਰਖ ਨੂੰ ਵਚਨ ਕੀਤਾ ਸੀਗਾ ਕਿ ਮੈਂ ਧੌਣ ਭੰਨਦਿਆ ਗਿਆ, ਉਲਟਾ ਫਿਰ ਇਸ ਸੱਟ ਦੇ ਵਿੱਚ ਬਚਨ ਸਿੰਘ ਦੀ ਧੌਣ 'ਤੇ ਐਡੀ ਭਾਰੀ ਸੱਟ ਲੱਗੀ ਸੀਗੀ ਕਿ ਸੱਟ ਦੇ ਨਾਲ ਹੀ ਫਿਰ ਬਚਨ ਸਿੰਘ ਦੀ ਜਿਹੜੀ ਸੀ ਉਹ ਮੌਤ ਹੋ ਗਈ ਸੀ। ਫਿਰ ਉਸ ਤੋਂ ਬਾਅਦ ਭਾਈ ਗੱਜਣ ਸਿੰਘ ਜਿਹੜੇ ਸੀ ਮਹਾਂਪੁਰਖਾਂ ਦੇ ਕੋਲ ਗਏ ਸੀ। ਜਦ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਭੁੱਲ ਬਖਸ਼ਾਈ ਮਹਾਂਪੁਰਖਾਂ ਕੋਲ, ਪਰ ਮਹਾਂਪੁਰਖਾਂ ਨੇ ਇੱਕੋ ਗੱਲ ਕਹੀ, ਕਹਿੰਦੇ ਭਾਈ ਜੋ ਹੋਣਾ ਸੀ ਹੋ ਗਿਆ, ਅਸੀਂ ਤਾਂ ਕੁਛ ਨਹੀਂ ਆਖਿਆ ਹੈਗਾ। ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਮਹਾਂਪੁਰਖਾਂ ਨੇ ਗੱਜਣ ਸਿੰਘ ਨੂੰ ਦਿਲਾਸਾ ਦਿੱਤਾ ਸੀ, ਕਹਿੰਦੇ ਭਾਈ ਸਾਡਾ ਤੇਰੇ ਨਾਲ ਜਿਹੜਾ ਪਿਆਰ ਹੈਗਾ, ਪਿਆਰ ਤੇਰਾ ਸਾਡਾ ਇਸ ਤਰ੍ਹਾਂ ਹੀ ਬਣਿਆ ਰਹੂਗਾ। ਇਹ ਦੇ ਕੇ ਤਾਂ ਫਿਰ ਮਹਾਂਪੁਰਖਾਂ ਨੇ ਗੱਜਣ ਸਿੰਘ ਨੂੰ ਕਹਿ ਦਿੱਤਾ ਸੀ, ਕਹਿੰਦੇ ਭਾਈ ਅਸੀਂ ਹੁਣ ਇਹ ਜਿਹੜਾ ਤੇਰੇ ਖੇਤ ਦੇ ਕੋਲ ਸਥਾਨ ਇੱਥੇ ਨਹੀਂ ਰਹਿਣਾ ਹੈਗਾ, ਅਸੀਂ ਇੱਥੋਂ ਹੁਣ ਦੂਸਰੀ ਜਗ੍ਹਾ ਚਲੇ ਜਾਣਾ ਹੈ। ਗੱਜਣ ਸਿੰਘ ਦੇ ਕਹਿੰਦੇ ਮਹਾਂਪੁਰਖ ਜਿਹੜੇ ਸੀ ਉਹ ਅਸਥਾਨ ਛੱਡ ਕੇ ਇੱਕ ਹੋਰ ਜਗ੍ਹਾ ਚਲੇ ਗਏ ਸੀ।
ਜਦ ਹੋਰ ਜਗ੍ਹਾ ਚੱਲ ਗਏ, ਉੱਥੇ ਹੈ ਨਾ ਇੱਕ ਸਾਹਿਬ ਸਿੰਘ ਘੋਟਣਾ ਸੀਗਾ। ਉਹ ਜਿਹੜਾ ਸੀ ਜਦ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਇਆ, ਇਹ ਸਾਹਿਬ ਸਿੰਘ ਘੋਟਣਾ ਭੁੱਚੋ ਕਲਾ ਦਾ ਸੀਗਾ। ਇਹਨੇ ਮਹਾਂਪੁਰਖਾਂ ਨੂੰ ਆਖਣ ਕਿ ਮਹਾਂਪੁਰਖੋ ਕੋਈ ਸੇਵਾ ਦੱਸੋ। ਮਹਾਂਪੁਰਖ ਕਹਿੰਦੇ ਭਾਈ ਸੇਵਾ ਤਾਂ ਹੈਗੀ ਆ, ਅਗਰ ਕਰ ਸਕੇ ਤਾਂ ਠੀਕ ਆ। ਇਹ ਕਹਿਣ ਲੱਗਾ ਮਹਾਂਪੁਰਖੋ ਹੁਕਮ ਕਰੋ। ਤੇ ਮਹਾਂਪੁਰਖ ਕਹਿੰਦੇ ਭਾਈ ਵੀ ਇੱਕ ਟੋਆ ਪੱਟ ਕੇ ਨਾ ਸਾਨੂੰ ਉੱਤੇ ਛੋਟੀ ਜਿਹੀ ਇੱਕ ਝੌਂਪੜੀ ਬਣਾ ਦੇ। ਜਦ ਫਿਰ ਭਾਈ ਸਾਹਿਬ ਸਿੰਘ ਨੇ ਟੋਆ ਪੱਟ ਕੇ ਇੱਕ ਝੌਂਪੜੀ ਬਣਾ ਦਿੱਤੀ। ਤੇ ਉਸ ਤੋਂ ਬਾਅਦ ਸੰਤ ਬਹਾਲ ਦਾਸ ਜੀ ਜਦ ਗਜਾ ਕਰਕੇ ਆਏ, ਤੇ ਮਹਾਂਪੁਰਖਾਂ ਨੇ ਜਿਹੜੀ ਸੀ ਉਹ ਝੌਂਪੜੀ ਦੇਖ ਕੇ ਭਾਈ ਸਾਹਿਬ ਸਿੰਘ ਨੂੰ ਕਹਿ ਤਾ, ਕਹਿੰਦੇ ਭਾਈ ਸ਼ੁੱਧ ਹੈਗੀ ਆ। ਤੇ ਨਾਲ ਹੀ ਬਹਾਲ ਸਿੰਘ ਖੜੇ ਸੀ, ਉਹਨੂੰ ਪੁੱਛਿਆ ਵੀ ਇਹ ਜਿਹੜੀ ਆਪਣਾ ਘਰ ਬਣਿਆ ਕਿਹੋ ਜਿਹਾ। ਤੇ ਫਿਰ ਸੰਤ ਬਹਾਲ ਸਿੰਘ ਹੁਣਾਂ ਨੇ ਜਾਣੀ ਇਹ ਗੱਲ ਕਹਿਤੀ ਸੀ, ਕਹਿੰਦੇ ਮਹਾਂਪੁਰਖੋ ਸਭ ਸੱਤ ਹੈ। ਜਾਣੀ ਕਿ ਦੇਖੋ ਐਸਾ ਜਿਹੜਾ ਬਚਨ ਸੀਗਾ ਉਹ ਜਿਹੜਾ ਸੀ ਬੋਲਿਆ ਸੀਗਾ। ਉਸ ਤੋਂ ਬਾਅਦ ਦੇਖੋ ਫਿਰ ਮਹਾਂਪੁਰਖ ਨੇ ਉੱਥੇ ਬੈਠ ਕੇ ਫਿਰ ਬੰਦਗੀ ਕੀਤੀ ਸੀ। ਸੋ ਅਗਲੀ ਜਿਹੜੀ ਕਥਾ ਵਿਚਾਰ ਹੈ ਇਹ ਸੰਤ ਰਤਨ ਸਿੰਘ ਜੀ ਡਰੋਲੀ ਵਾਲੇ ਮਹਾਂਪੁਰਖ ਨੇ ਸੁਣਾਈ ਸੀਗੀ। ਉਹਦੇ ਵਿੱਚ ਉਹਨੂੰ ਦੱਸਿਆ ਸੀਗਾ ਕਿ ਇੱਕ ਵਾਰ ਜਦੋਂ ਜਿਹੜੇ ਮਹਾਂਪੁਰਖ ਸੀ ਸੰਤ ਬਿਹਾਲ ਦਾਸ ਮਹਾਂਪੁਰਖਾਂ ਦੀ ਸੇਵਾ ਕਰਦੇ ਹੁੰਦੇ ਸੀਗੇ, ਤੇ ਇਹਨਾਂ ਦੇ ਆ ਕੇ ਨਾ ਪਿੱਛੇ ਬਹਿ ਜਾਂਦੇ ਹੁੰਦੇ ਸੀ। ਜਦੋਂ ਗਜਾ ਕਰਕੇ ਲਿਆਉਂਦੇ ਸੀ ਨਾ ਸੰਤ ਮਹਾਂਪੁਰਖ ਬਾਬਾ ਹਰਨਾਮ ਸਿੰਘ ਦੇ ਪਿੱਛੇ ਬਹਿ ਜਾਣਾ। ਤੇ ਫਿਰ ਮਹਾਂਪੁਰਖਾਂ ਨੇ ਇਹਨਾਂ ਨੂੰ ਜਦ ਆਵਾਜ਼ ਮਾਰਨੀ, ਫਿਰ ਇਹਨੀ ਜਾਣੀ ਕਿ ਮੱਥਾ ਟੇਕ ਕੇ ਸਾਹਮਣੇ ਆ ਜਾਣਾ। ਇਹ ਜਾਣੀ ਸੰਤ ਮਹਾਂਪੁਰਖ ਬਾਬਾ ਹਰਨਾਮ ਸਿੰਘ ਦਾ ਸੰਤ ਬਹਾਲ ਸਿੰਘ ਨੂੰ ਹੁਕਮ ਸੀਗਾ ਕਿ ਜਦੋਂ ਗਜਾ ਕਰਕੇ ਉਹਨੇ ਸਾਡੇ ਮੋਹਰੇ ਕੋਈ ਪਦਾਰਥ ਨਹੀਂ ਰੱਖਣਾ, ਪਿੱਛੇ ਚੁੱਪ ਕਰਕੇ ਬਹਿ ਜਾਣਾ। ਜੇ ਦੀ ਜਦੋਂ ਕਿਸੇ ਚੀਜ਼ ਦੀ ਜ਼ਰੂਰਤ ਹੈ ਅਸੀਂ ਤੈਨੂੰ ਆਪੇ ਆਵਾਜ਼ ਮਾਰ ਲੈਣੀ ਹੈ। ਤੇ ਜਦੋਂ ਸੰਤ ਬਿਹਾਲ ਦਾਸ ਜੀ ਪਿੱਛੇ ਬੈਠੇ ਸੀ, ਮਹਾਂਪੁਰਖਾਂ ਨੇ ਜਦ ਆਵਾਜ਼ ਮਾਰੀ ਤੇ ਇਹ ਫਿਰ ਮੱਥਾ ਟੇਕ ਕੇ ਜਦ ਕੋਲ ਖੜੇ ਹੋਏ ਤੇ ਹੁਕਮ ਕੀਤਾ, ਦੱਸੋ ਜੀ ਕੀ ਸੇਵਾ। ਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਵੀ ਇੱਕ ਕੋਈ ਫੱਕਰ ਜਿਹੜਾ ਹੈ ਨਾ ਆਪਣੇ ਪਿੱਛੇ ਆ ਕੇ ਬੈਠ ਗਿਆ ਹੈਗਾ ਤੇ ਆਪਣੇ ਸਾਹਮਣੇ ਨਹੀਂ ਆ ਰਿਹਾ, ਉਹਨੂੰ ਹੈ ਨਾ ਸੱਦ ਕੇ ਲਿਆ। ਜਦ ਇੰਨੀ ਗੱਲ ਹੋਈ ਤੇ ਸੰਤ ਬਿਹਾਲ ਦਾਸ ਜੀ ਮਹਾਂਪੁਰਖ ਜਦ ਪਿੱਛੇ ਗਏ, ਬਾਕਿਆ ਇੱਕ ਮੁਸਲਮਾਨ ਕੋਈ ਫੱਕਰ ਸੀ ਪਿੱਛੇ ਬੈਠਾ ਸੀਗਾ। ਜਦ ਪਿੱਛੇ ਬੈਠਾ ਸੀਗਾ ਉਹ ਫਿਰ ਜਾਣੀ ਕਿ ਮਹਾਂਪੁਰਖਾਂ ਦੇ ਕੋਲ ਆਇਆ। ਜਦ ਕੋਲ ਆਇਆ ਤੇ ਫਿਰ ਮਹਾਂਪੁਰਖਾਂ ਨੇ ਉਹਨੂੰ ਪੁੱਛਿਆ ਸੀ, ਕਹਿੰਦੇ ਭਾਈ ਤੂੰ ਕਿੱਥੋਂ ਆਇਆ ਤੇ ਕੀ ਤੇਰਾ ਨਾਂ ਹੈਗਾ। ਫਿਰ ਉਹਨੇ ਕਿਹਾ ਸੀਗਾ ਕਿ ਮੈਂ ਹੈ ਨਾ ਜੀ ਬੀਕਾਨੇਰ ਤੋਂ ਆਇਆ ਹੈਗਾ। ਮਹਾਂਪੁਰਖ ਕਹਿੰਦੇ ਵੀ ਤੇਰੀ ਪੱਕੀ ਰਿਹਾਇਸ਼ ਕਿੱਥੇ ਹੈ। ਉਹਨੇ ਕਿਹਾ ਜੀ ਅਜਮੇਰ ਸ਼ਹਿਰ 'ਚ। ਤੇ ਬਾਬਾ ਜੀ ਕਹਿਣ ਲੱਗੇ ਅੱਛਾ, ਜਿੱਥੇ ਹੈ ਨਾ ਬਾਬਾ ਫਰੀਦ ਜੀ ਨੇ ਬੰਦਗੀ ਕੀਤੀ। ਕਹਿੰਦੇ ਹਾਂਜੀ ਮੈਂ ਉੱਥੇ ਹੀ ਹਾਂ। ਤੇ ਮਹਾਂਪੁਰਖ ਕਹਿਣ ਲੱਗੇ ਹੋਰ ਸੁਣਾਓ, ਕਿਵੇਂ ਤੁਸੀਂ ਜਿਹੜਾ ਹੈ ਸਾਨੂੰ ਯਾਦ ਕੀਤਾ। ਫਿਰ ਉਸ ਫਕਰ ਨੇ ਜਿਹੜਾ ਸੀ ਮਹਾਂਪੁਰਖਾਂ ਦੱਸਿਆ ਸੀਗਾ ਕਿ ਬਾਬਾ ਫਰੀਦ ਦੀ ਗੱਦੀ ਦੇ ਉੱਤੇ ਜਿਹੜੇ ਜਾਨਸ਼ੀਨ ਮਹਾਂਪੁਰਖ ਸੀਗੇ, ਕਹਿੰਦੇ ਮੈਂ ਉਹਨਾਂ ਨੂੰ ਗੁਰੂ ਧਾਰਿਆ ਸੀਗਾ ਤੇ ਉਹਨਾਂ ਨੇ ਮੈਨੂੰ ਹਨ ਜਿਹੜੇ 5 ਚਲੀਏ ਦੱਸੇ ਸੀਗੇ ਵੀ ਆਹ ਕਲਾਮ ਕਰਨੀ ਹੈ ਤੇ 5 ਚਲੀਏ ਜਿਹੜੇ ਤੈਂ ਕੱਢਣੇ ਹੈਗੇ। ਪਰ ਜਦੋਂ ਮੈਂ ਕਹਿੰਦੇ 2 ਕਲਾਮਾਂ ਕੀਤੀਆਂ ਸੀ, ਉਸ ਤੋਂ ਬਾਅਦ ਉਹ ਮਹਾਂਪੁਰਖ ਜਿਹੜੇ ਸੀ ਚੜ੍ਹਾਈ ਕਰ ਗਿਆ ਸੀ। ਤੇ ਬਾਕੀ ਜਿਹੜੇ ਸੇਵਾਦਾਰ ਸੀ ਚੜ੍ਹਾਈ ਤੋਂ ਬਾਅਦ ਉਹਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਸੀਗਾ ਤੇ ਇਸ ਝਗੜੇ ਵਿੱਚ ਮੈਂ ਵੀ ਕਹਿੰਦੇ ਸ਼ਾਮਲ ਹੋ ਗਿਆ ਸੀ। ਫਿਰ ਮਨ 'ਚ ਵਿਚਾਰ ਆਈ ਕਿ ਮੈਂ ਤਾਂ ਖੁਦਾ ਨੂੰ ਮਿਲਣਾ ਆਇਆ ਸੀਗਾ, ਪਰ ਮੈਂ ਝਗੜੇ 'ਚ ਪਾ ਗਿਆ, ਇਸ ਕਰਕੇ ਮੈਂ ਸਭ ਕੁਝ ਛੱਡ ਕੇ ਬਾਹਰ ਆ ਗਿਆ। ਪਰ ਹੁਣ ਮੁਰਸ਼ਦ ਤੋਂ ਬਗੈਰ ਜਿਹੜਾ ਹੈਗਾ ਕਹਿੰਦੇ ਵੀ ਮੇਰੀ ਬਾਂਹ ਕੌਣ ਫੜੂਗਾ। ਪਰ ਫਿਰ ਮੈਨੂੰ ਪਤਾ ਲੱਗਾ ਕਿ ਇੱਥੇ ਕੋਈ ਪੂਰਨ ਮਹਾਂਪੁਰਖ ਸੰਤ ਹੈਗੇ ਆ, ਪਰ ਮੈਂ ਮੁਸਲਮਾਨ ਹੋਣ ਕਰਕੇ ਜਿਹੜਾ ਡਰਦਾ ਆਪਦੇ ਸਾਹਮਣੇ ਨਹੀਂ ਸੀ ਆ ਰਿਹਾ। ਤੇ ਇਸ ਕਰਕੇ ਤੁਸੀਂ ਕਿਰਪਾ ਕਰੋ ਮੈਨੂੰ ਆਪਣੇ ਚਰਨੀ ਲਾਓ। ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਦੇਖ ਤੂੰ ਮੁਸਲਮਾਨ ਹੈਗਾ ਤਾਂ ਅਸੀਂ ਸਿੱਖ ਹੈਗੇ ਹਾਂ, ਤੇਰਾ ਤੇ ਸਾਡਾ ਜਿਹੜਾ ਇਹ ਜੋੜ ਕਿਵੇਂ ਹੋ ਸਕਦਾ। ਜਦ ਇੰਨੀ ਗੱਲ ਹੋਈ ਆ ਤੇ ਫਿਰ ਉਹ ਸੱਜਣ ਕਹਿਣ ਲੱਗੇ ਮਹਾਂਪੁਰਖਾਂ ਨੂੰ, ਉਹ ਕਹਿਣ ਲੱਗੇ ਬਾਬਾ ਜੀ ਵੀ ਗੱਲ ਇੱਕ ਹੈਗੀ ਆ ਬਈ ਬਾਬੇ ਨਾਨਕ ਨੇ ਵੀ ਸਾਰੇ ਮੁਸਲਮਾਨਾਂ ਹਿੰਦੂਆਂ ਨੂੰ ਪੂਰੇ ਸੰਸਾਰ ਨੂੰ ਆਪਣੇ ਨਾਲ ਜੋੜਿਆ ਹੈਗਾ ਤੇ ਤੁਸੀਂ ਵੀ ਜਿਹੜੇ ਹੈਗੇ ਕਿਰਪਾ ਕਰੋ ਕਿ ਤੁਸੀਂ ਹੀ ਬਾਬੇ ਨਾਨਕ ਦਾ ਰੂਪ ਹੈਗੇ ਆ ਤੇ ਮੈਨੂੰ ਆਪਣੇ ਚਰਨਾਂ ਦੇ ਨਾਲ ਲਾਵੋ। ਜਦ ਇੰਨੀ ਗੱਲ ਹੋਈ ਸੀ ਤਾਂ ਮਹਾਂਪੁਰਖ ਜਿਹੜੇ ਸੀ ਉਹਦੀ ਇਹ ਗੱਲਬਾਤ ਸੁਣ ਕੇ ਜਿਹੜੇ ਸੀ ਚੁੱਪ ਕਰ ਗਏ ਸੀ। ਫਿਰ ਉਹਨੂੰ ਕਹਿਣ ਲੱਗੇ ਵੀ ਜਿਹੜੇ ਤੈਨੂੰ ਕਲਾਮ ਦਿੱਤੀ ਸੀਗੀ ਤੇਰੇ ਮੁਰਸ਼ਦ ਨੇ, ਉਹ ਕਲਾਮ ਸਾਨੂੰ ਜਿਹੜੀ ਪੜ੍ਹ ਕੇ ਸੁਣਾ। ਫਿਰ ਦੇਖੋ ਉਸ ਫਕਰ ਨੇ ਹੈ ਨਾ ਫਿਰ ਜਿਹੜੀ ਕਲਾਮ ਸੀਗੀ ਮਹਾਂਪੁਰਖਾਂ ਨੂੰ ਪੜ੍ਹ ਕੇ ਸੁਣਾਈ ਸੀ। ਜਦ ਜਿਹੜੀ ਸੀ ਉਹ ਕਲਾਮ ਪੜ੍ਹ ਕੇ ਸੁਣਾਈ ਸੀ ਤੇ ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਆਖਿਆ ਸੀਗਾ ਵੀ ਇਹੋ ਹੀ ਕਲਾਮ ਪੜ੍ਹਨੀ ਆ ਤੇ ਤੂੰ ਇਸ ਤਰ੍ਹਾਂ ਕਰ ਰਿਹਾ ਵੀ ਇੱਕ ਹੈ ਨਾ ਚਲੀਆ ਜਿਹੜਾ ਹੈਗਾ ਸਾਡੇ ਕੋਲ ਬੈਠ ਕੇ ਕੱਢ ਲਾ। ਜਦ ਇੰਨੀ ਗੱਲ ਕਹੀ ਹੋਈ ਸੀ ਤਾਂ ਫਿਰ ਉਸ ਫਕਰ ਨੇ ਮਹਾਂਪੁਰਖਾਂ ਦੇ ਅਗਰ ਮੱਥਾ ਟੇਕ ਦਿੱਤਾ ਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਦੇਖ ਭਾਈ ਥੋੜ੍ਹਾ ਜਿਹਾ ਕੰਮ ਤੈਨੂੰ ਹੋਰ ਕਰਨਾ ਪੈਣਾ ਵੀ ਇਹ ਚੌਥੇ ਦਿਨ ਦੇ ਵਿੱਚ ਜਾ ਕੇ ਤੈਨੂੰ ਥੋੜ੍ਹੀ ਗਜਾ ਕਰਕੇ ਥੋੜ੍ਹਾ ਪ੍ਰਸ਼ਾਦਾ ਜਿਹੜਾ ਹੈ ਨਾ ਉਹ ਜਾਂ ਦੁੱਧ ਜਿਹੜਾ ਉਹ ਨਾਲ ਦੇ ਪਿੰਡ ਤੋਂ ਥੋੜ੍ਹਾ ਮੰਗ ਕੇ ਲਿਆਉਣਾ ਪੈਣਾ ਤਾਂ ਜੋ ਤੇਰੀ ਸੇਵਾ ਵੀ ਹੋ ਸਕੇ ਤੇ ਤੇਰਾ ਆ ਜਿਹੜਾ ਚਲੀਆ ਹੈਗਾ ਇਹ ਵੀ ਕਹਿੰਦੇ ਹੋ ਸਕੇ। ਦੇਖੋ ਮਹਾਂਪੁਰਖਾਂ ਨੇ ਫਿਰ ਉਹਨੂੰ ਜਾਣੀ ਕਿ ਆਪਣੇ ਕੋਲ ਬਿਠਾ ਕੇ ਜਦ ਚਲੀਆ ਸ਼ੁਰੂ ਕਰਾਇਆ ਸੀਗਾ, ਹਜੇ 10 ਦਿਨ ਹੀ ਹੋਏ ਸੀਗੇ ਕਿ ਉਹਦੀ ਜਿਹੜੀ ਸੁਰਤ ਸੀਗੀ ਹੈ ਨਾ ਉਹ ਯਕਦਮ ਅੰਤਰ ਖਾਤੇ ਕਿਸੇ ਐਸੇ ਨੰਦ 'ਚ ਟਿਕ ਗਈ ਸੀਗੀ ਕਿ ਉਹਦੇ ਵਿੱਚ ਉਹਦੀ ਸੁਰਤ ਗਵਾਚ ਗਈ ਸੀ। ਜਦ ਸੁਰਤ ਗਵਾਚ ਗਈ ਕਾਫੀ ਦੇਰ ਸਮਾਧੀ ਲੱਗੀ ਰਹੀ ਤੇ ਉਸ ਟਾਈਮ 'ਤੇ ਸੰਤ ਬਹਾਲ ਦਾਸ ਜਦ ਗਜਾ ਕਰਕੇ ਆਏ ਤੇ ਮਹਾਂਪੁਰਖ ਨੇ ਸੰਤ ਬਹਾਲ ਦਾਸ ਨੂੰ ਇਸ਼ਾਰਾ ਕੀਤਾ ਕਿ ਇਹਨਾਂ ਨੂੰ ਜਿਹੜਾ ਹੈਗਾ ਤੁਸੀਂ ਹੈ ਨਾ ਬਾਹਰ ਮੁਖੀ ਜਾਣੀ ਕਿ ਲੈ ਲਓ।
ਜਦ ਇੰਨੀ ਗੱਲ ਹੋਈ ਹੈ ਤੇ ਫਿਰ ਸੰਤ ਬਾਬਾ ਬਿਹਾਲਦਾਸ ਜੀ ਨੇ ਜਿਹੜੀ ਸੀਗੀ ਉਹ ਉਸ ਫਕਰ ਨੂੰ ਕਹਿਤਾ ਕਿ ਮਹਾਂਪੁਰਖੋ ਕਿਰਪਾ ਕਰੋ, ਸਾਨੂੰ ਥੋੜ੍ਹੇ ਦਰਸ਼ਨ ਦਿਓ। ਜਦੋਂ ਆਵਾਜ਼ ਮਾਰੀ ਸੀ ਤੇ ਫਿਰ ਉਸ ਫਕਰ ਦੀ ਜਿਹੜੀ ਸੁਰਤ ਸੀਗੀ ਉਸ ਆਨੰਦ ਦੇ ਵਿੱਚੋਂ ਨਿਕਲ ਕੇ ਜਿਹੜੀ ਸੀਗੀ ਉਹ ਸਰੀਰ 'ਚ ਆ ਗਈ ਸੀ। ਤਾਂ ਉਹਨੇ ਦੇਖਿਆ ਕਿ ਮੈਂ ਤਾਂ ਬਾਬਾ ਜੀ ਕੋਲ ਬੈਠਾ, ਮੈਨੂੰ ਬੈਠਣ ਨੂੰ 10 ਦਿਨ ਹੋ ਗਏ। ਜਦ ਇਸ ਤਰ੍ਹਾਂ ਹੋਈ ਤਾਂ ਫਿਰ ਬਾਬਾ ਜੀ ਨੂੰ ਆਖਿਆ ਸੀ, ਕਹਿੰਦੇ ਦੇਖ ਭਾਈ, ਇਹ ਜਿਸ ਆਨੰਦ ਦੇ ਵਿੱਚ ਤੈਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਇਹ ਦਾਤ ਦਿੱਤੀ ਹੈਗੀ ਆ, ਇਸ ਨੂੰ ਤੂੰ ਕਿਸੇ ਇਕਾਂਤ ਜਗ੍ਹਾ 'ਤੇ ਜਾ ਕੇ ਨਾ ਕੁਛ ਟਾਈਮ ਜਿਹੜਾ ਹੈਗਾ ਇਸ ਤਰ੍ਹਾਂ ਭਜਨ ਸਿਮਰਨ ਬੰਦਗੀ ਕਰ, ਅਤੇ ਬਾਬਾ ਨਾਨਕ ਤੇਰੇ ਆਪ ਹੀ ਸਾਰੇ ਕਾਰਜ ਸਵਾਰੂਗਾ ਅਤੇ ਤੇਰੇ ਮਨ ਦੀ ਜਿਹੜੀ ਕਾਮਨਾ ਹੈਗੀ ਪੂਰੀ ਕਰੂਗਾ। ਜਦ ਇਸ ਤਰ੍ਹਾਂ ਜਿਹੜੇ ਉਪਦੇਸ਼ ਸੀ ਸੰਤ ਬਾਬਾ ਮਹਾਰਨਾਮ ਸੋਹਣਾ ਨੇ ਦਿੱਤੇ ਸੀਗੇ। ਫਿਰ ਦੇਖੋ ਜਿਹੜਾ ਮੁਸਲਮਾਨ ਫਕਰ ਸੀਗਾ ਉਹਨੇ ਬਾਬਾ ਮਹਾਰਨਾਮ ਸੋਹਣਾ ਦੇ ਜਿਹੜੇ ਚਰਨਾਂ 'ਤੇ ਮੱਥਾ ਟੇਕਿਆ ਸੀਗਾ, ਬੜਾ ਬਰਾਗ ਕੀਤਾ। ਪਰ ਮਹਾਂਪੁਰਖਾਂ ਦਾ ਜਿਹੜਾ ਸੀਗਾ ਉਹ ਦਰਸ਼ਨ ਕਰਨ ਤੋਂ ਬਾਅਦ ਆਪਣੀ ਜਿਹੜੀ ਰੁਕੀ ਤਰੱਕੀ ਸੀਗੀ ਉਸ ਨੂੰ ਜਿਹੜਾ ਹੈਗਾ ਅੱਗੇ ਪ੍ਰਵਾਹ ਦੇ ਵਿੱਚ ਬਦਲਣ ਕਰਕੇ ਮਹਾਂਪੁਰਖ ਦਾ ਸ਼ੁਕਰੀਆ ਕਰਦਾ ਹੋਇਆ, ਜਿੱਥੇ ਮਹਾਂਪੁਰਖਾਂ ਨੇ ਇੱਕ ਇਕਾਂਤ ਜਗ੍ਹਾ ਦੱਸੀ ਸੀ ਉੱਥੇ ਬੈਠ ਕੇ ਉਸ ਫਕਰ ਨੇ ਵੀ ਫਿਰ ਬੰਦਗੀ ਕੀਤੀ ਸੀ ਅਤੇ ਬੰਦਗੀ ਕਰਕੇ ਫਿਰ ਖੁਦਾ ਦੇ ਦੀਦਾਰ ਪਾਏ ਸੀ। ਸੋ ਅਗਲੀ ਜਿਹੜੀ ਗੱਲਬਾਤ ਹੈ ਮਹਾਂਪੁਰਖਾਂ ਦੇ ਦਰਸ਼ਨਾਂ ਦੀ, ਉਹ ਭਾਈ ਝੰਡਾ ਸਿੰਘ ਹੁਣਾਂ ਨੇ ਸਾਂਝੀ ਕੀਤੀ ਸੀ। ਉਹਨਾਂ ਨੇ ਦੱਸਿਆ ਸੀਗਾ ਕਿ ਇੱਕ ਝੋਰਿਆਂ ਪਿੰਡ ਦਾ ਭੱਲੂ ਸੀਗਾ, ਇਹਦੇ ਜਿਹੜੇ ਰਿਸ਼ਤੇਦਾਰ ਸੀਗੇ ਇਹ ਸੇਮੇ ਪਿੰਡ ਸੀਗੇ। ਸੋ ਇਹਦੇ ਹੈ ਨਾ ਸੇਮੇ ਪਿੰਡ ਦੀ ਭੈਣ ਸੀਗੀ, ਇਹਦੇ ਘਰ ਆਇਆ ਸੀਗਾ ਅਤੇ ਮਹਾਂਪੁਰਖਾਂ ਦਾ ਇਹ ਪ੍ਰਤਾਪ ਜਸ ਸੁਣ ਕੇ ਹੈ ਨਾ ਇਹਨਾਂ ਦੇ ਦਰਸ਼ਨ ਕਰਨ ਆਇਆ। ਜਦ ਕਹਿੰਦੇ ਜਿਹੜਾ ਭੱਲੂ ਸੀਗਾ ਦਰਸ਼ਨ ਕਰਨ ਆਇਆ ਅਤੇ ਇਹਨੇ ਆ ਕੇ ਦੇਖਿਆ ਵੀ ਸੰਗਤ ਮਹਾਂਪੁਰਖਾਂ ਬੜੀ ਵੀ ਆਉਂਦੀ ਆ ਅਤੇ ਜ਼ਰੂਰ ਸੇਵਾ ਵੀ ਕੋਈ ਕਰਨੀ ਚਾਹੀਦੀ ਆ। ਇਹਨੇ ਆ ਕੇ ਹੈ ਨਾ ਥੋੜ੍ਹੇ ਦਿਨ ਝਾੜੂ ਦੇ ਪਾਣੀ ਦੀ ਸੇਵਾ ਕੀਤੀ ਸੰਤ ਮਹਾਂਪੁਰਖ ਬਾਬਾ ਮਹਾਰਨਾਮ ਸੋਹਣਾ ਦੀ। ਸੋ ਸੇਵਾ ਕਰਦੇ ਕਰਦੇ ਮਨ ਦੇ ਵਿੱਚ ਆਇਆ ਕਿ ਮੈਂ ਜਿਸ ਭਾਵਨਾ ਦੀ ਸੇਵਾ ਕਰਦਾ ਹੈਗਾ ਅਤੇ ਹੁਣ ਮਹਾਂਪੁਰਖ ਅੱਜ ਇਕੱਲੇ ਹੈ ਕਿ ਉਹਨੇ ਆਪਣੀ ਜਿਹੜੀ ਭਾਵਨਾ ਪ੍ਰਗਟ ਕਰਦੇ ਆ ਬਾਬਾ ਮਹਾਰਨਾਮ ਸੋਹਣਾ ਅੱਗੇ। ਇਹਨੇ ਜਾ ਕੇ ਬਾਬਾ ਜੀ ਅੱਗੇ ਬੇਨਤੀ ਕੀਤੀ, ਕਹਿਣ ਲੱਗੇ ਕਹਿੰਦੇ ਮਹਾਂਪੁਰਖ ਕਿਰਪਾ ਕਰੋ, ਘਰ ਦੇ ਵਿੱਚ ਅੰਨ ਪਾਣੀ ਦੀ ਬੜੀ ਟੋਟ ਹੈਗੀ ਆ, ਤੁਸੀਂ ਕਿਰਪਾ ਕਰੋ ਕਿ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਾ ਰਹੇ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਵੀ ਭੱਲੂ ਸਿਆਂ ਤੂੰ ਕਾਹਲੀ ਬੜੀ ਕਰਦਾ ਹੈਗਾ, ਹਰੇਕ ਚੀਜ਼ ਦਾ ਇੱਕ ਸਮਾਂ ਹੁੰਦਾ। ਜਦ ਸਮਾਂ ਹੁੰਦਾ ਨਾ ਹਰੇਕ ਚੀਜ਼ ਜਿਹੜੀ ਹੈਗੀ ਉਹ ਤੈਨੂੰ ਵੱਧ ਮਾਤਰਾ ਦੇ ਵਿੱਚ ਪ੍ਰਾਪਤ ਹੋ ਜਾਂਦੀ, ਐਸੀ ਮਿਲਦੀ ਜਦ ਸਮੇਂ ਆਏ ਤੇ ਕਿ ਉਹ ਮੁੱਕਦੀ ਨਹੀਂ ਹੈਗੀ। ਜਦ ਮਹਾਂਪੁਰਖਾਂ ਨੇ ਇਹ ਸਮਝਾਇਆ ਤੇ ਉਸ ਟਾਈਮ ਤਾਂ ਇਹ ਜਿਹੜਾ ਭੱਲੂ ਸੀਗਾ ਚੁੱਪ ਕਰ ਗਿਆ। ਪਰ ਥੋੜ੍ਹੇ ਦਿਨ ਜਦ ਆਇਆ ਕਰੇ ਝਾੜੂ ਦੇ ਪਾਣੀ ਦੀ ਸੇਵਾ ਕਰਕੇ ਫਿਰ ਚੱਲ ਜਾਇਆ ਕਰੇ, ਪਰ ਮਨ 'ਚ ਸੋਚਿਆ ਕਰੇ ਵੀ ਹੁਣ ਮੈਨੂੰ ਹੈ ਨਾ 2 4 5 ਦਿਨ 10 ਦਿਨ ਹੋ ਗਏ ਆ ਸੇਵਾ ਕਰਦੇ ਨੇ, ਹੁਣ ਫੇਰ ਮਹਾਂਪੁਰਖ ਜਿਹੜੇ ਸੀਗੇ ਉਹ ਅੱਜ ਬਿਲਕੁਲ ਇਕੱਲੇ ਬੈਠੇ, ਕਿਉਂ ਨਾ ਮੈਂ ਆਪਣੀ ਗੱਲ ਕਰਾਂ। ਇਹ ਫਿਰ ਕੋਲ ਜਾ ਕੇ ਇਹਨੇ ਮੱਥਾ ਟੇਕਿਆ, ਫਿਰ ਬਾਬਾ ਜੀ ਨੂੰ ਕਹਿਣ ਲੱਗਾ, ਕਹਿੰਦੇ ਬਾਬਾ ਜੀ ਕਿਰਪਾ ਕਰੋ, ਘਰ ਦੇ ਵਿੱਚ ਅੰਨ ਜਲ ਦੀ ਬੜੀ ਕਮੀ ਹੈਗੀ ਆ, ਇਸ ਕਰਕੇ ਤੁਸੀਂ ਕਿਰਪਾ ਕਰੋ। ਜਦ ਕਿੰਨੀ ਗੱਲ ਹੋਈ ਤਾਂ ਬਾਬਾ ਜੀ ਫਿਰ ਇਹਨੂੰ ਕਹਿਣ ਲੱਗੇ, ਕਹਿੰਦੇ ਭਾਈ ਵੀ ਸਮੇਂ ਤੋਂ ਪਹਿਲਾਂ ਕੁਛ ਨਹੀਂ ਮਿਲਦਾ ਹੈਗਾ, ਇਸ ਕਰਕੇ ਤੂੰ ਸਬਰ ਕਰ। ਸਬਰ ਅਤੇ ਸੰਤੋਖ ਦੇ ਵਿੱਚ ਬੜੀ ਸ਼ਕਤੀ ਹੈ, ਜ਼ਿਆਦਾ ਹੈ ਨਾ ਕਾਲਾਪਨ ਨਹੀਂ ਦਿਖਾਈਦਾ ਹੁੰਦਾ ਹੈ। ਹਜੇ ਤੂੰ ਸੇਵਾ ਕਰੀ ਜਾ, ਜਿੱਦਣ ਸਮਾਂ ਆਊਗਾ ਤਾਂ ਅਸੀਂ ਤੈਨੂੰ ਖੁਦ ਆਵਾਜ਼ ਮਾਰ ਕੇ ਹੈ ਨਾ ਬਾਬੇ ਨਾਨਕ ਦੇ ਦਰ ਤੋਂ ਤੇਰੀ ਝੋਲੀ ਭਰਾ ਦਿਆਂਗੇ। ਜਦ ਇਹ ਬਚਨ ਜਿਹੜੇ ਸੀ ਬਾਬਾ ਜੀ ਨੇ ਕੀਤੇ ਤਾਂ ਉਸ ਟਾਈਮ ਤਾਂ ਭੱਲੂ ਚੁੱਪ ਕਰ ਗਿਆ। ਫਿਰ ਇਹ ਹਫ਼ਤਾ 10 ਦਿਨ ਸੇਵਾ ਕਰਦਾ ਰਿਹਾ, ਪਰ ਮਨ ਦੇ ਵਿੱਚ ਕਾਹਲ ਜ਼ਿਆਦਾ ਸੀ। ਜਦ ਕਾਹਲ ਜ਼ਿਆਦਾ ਸੀਗੀ ਫਿਰ ਮਹਾਂਪੁਰਖਾਂ ਕੋਲ ਆ ਗਿਆ, ਫਿਰ ਕਹਿਣ ਲੱਗਾ ਬਾਬਾ ਜੀ ਕਿਰਪਾ ਕਰੋ, ਘਰ ਦੇ ਵਿੱਚ ਗਰੀਬੀ ਆ, ਤੰਗੀ ਬੜੀ ਹੈਗੀ ਆ, ਅੰਨ ਪਾਣੀ ਤੋਂ ਅਸੀਂ ਜਿਹੜੇ ਹੈ ਬਹੁਤ ਜ਼ਿਆਦਾ ਤੰਗ ਹੈਗੇ ਆ, ਬੱਚੇ ਜਿਹੜੇ ਹੈ ਉਹ ਘਰ 'ਚ ਬੈਠੇ ਰੋਂਦੇ ਆ, ਰੋਟੀ ਜਿਹੜੀ ਉਹ ਡੰਗ ਦੀ ਡੰਗ ਮਿਲਦੀ ਆ। ਜਦ ਇਸ ਤਰ੍ਹਾਂ ਦੇ ਤਰਲੇ ਕੀਤੇ ਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਅੱਛਾ ਭਾਈ ਹਜੇ ਸਮਾਂ ਤਾਂ ਤੇਰਾ ਨਹੀਂ ਸੀ ਆਇਆ, ਚੱਲ ਫਿਰ ਤੂੰ ਇੱਦਾਂ ਕਰ, ਜੇ ਤੂੰ ਜ਼ਿਆਦਾ ਹੀ ਕਾਹਲੀ ਕਰਦਾ ਹੈਗਾ ਤੂੰ ਇਸ ਤਰ੍ਹਾਂ ਕਰ ਵੀ 1 ਸਿਰ ਖੰਡ ਲੈ ਕੇ ਆ, 1 ਸਿਰ ਜਿਹੜਾ ਹੈਗਾ ਉਹ ਦੇਸੀ ਘਿਓ ਲੈ ਆ ਅਤੇ 1 ਸਿਰ ਕਣਕ ਲੈ ਆ। ਜਦ ਇੰਨੀ ਗੱਲ ਹੋਈ ਇਹ ਕੱਲੂ ਨੂੰ ਜਦ ਇਹ 3 ਚੀਜ਼ਾਂ ਮਹਾਂਪੁਰਖਾਂ ਨੇ ਦੱਸੀਆਂ, ਇਹ ਦੌੜ ਕੇ ਘਰ ਗਿਆ, ਜਾ ਕੇ ਹੈ ਨਾ ਉੱਥੋਂ ਫਿਰ 1 ਸੇਰ ਖੰਡ ਲੈ ਆ, 1 ਸੇਰ ਘਿਓ ਲੈ ਆ ਅਤੇ 1 ਸਿਰ ਕਣਕ ਲੈ ਕੇ ਨਾ ਬਾਬਾ ਜੀ ਦੇ ਮੂਹਰੇ ਰੱਖ ਕੇ ਮੱਥਾ ਟੇਕਤਾ। ਜਦ ਮੱਥਾ ਟੇਕਦਾ ਤਾਂ ਬਾਬਾ ਜੀ ਨੇ ਜਦ ਇਹਨਾਂ 3 ਚੀਜ਼ਾਂ 'ਤੇ ਨਿਗਾਹ ਮਾਰ ਕੇ ਕਹਿਣ ਲੱਗੇ, ਕਹਿੰਦੇ ਕੱਲੂ ਇੱਦਾਂ ਕਰ, ਆ ਜਿਹੜੀ ਸਿਰ ਕਣਕ ਆ ਹੈ ਨਾ ਇਹਨੂੰ ਤੇਰੇ ਘਰ ਜਿਹੜੀ ਭੜੋਲੀ ਆ ਉਹਦੇ ਵਿੱਚ ਰੱਖ ਦੇ ਅਤੇ ਉੱਤਨ ਲਾ ਦੀ ਢੱਕਣ, ਅਤੇ ਬਾਕੀ ਇਹ ਖੰਡ ਅਤੇ ਘਿਓ ਦੀ ਗੱਲ ਇਹਨੂੰ ਰੱਖਦੀ ਅਲਮਾਰੀ ਅਤੇ ਉਹਨੂੰ ਲਾ ਦੀ ਜਿੰਦਾ। ਜਿੰਨੀ ਚੀਜ਼ ਚਾਹੀਦੀ ਹੈ ਨਾ ਓਨੀ ਕੱਢ ਕੇ ਵਰਤ ਲਿਆ ਕਰ, ਪਰ ਗੱਲ ਇਹ ਹੈ ਤੇ ਨਾ ਤਾਂ ਤੈਂ ਭੜੋਲੀ ਦਾ ਢੱਕਣ ਚੱਕਣਾ ਹੈਗਾ ਅਤੇ ਨਾ ਇਹ ਖੰਡ ਘਿਓ ਜਿਸ ਦੇ ਵਿੱਚ ਪਈਆਂ ਹੈਗੀਆਂ ਉਹ ਚੀਜ਼ ਖੋਲ੍ਹ ਕੇ ਦੇਖਣੀ ਆ। ਅਤੇ ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਕਹਿੰਦੇ ਇਸ ਬਚਨ ਨੂੰ ਕਮਾਵੀਂ, ਅਤੇ ਜਿੰਨਾ ਚਿਰ ਤੂੰ ਇਸ ਬਚਨ ਨੂੰ ਕਮਾਊਂਗਾ ਹੈ ਨਾ ਅਤੇ ਤੇਰੇ ਘਰ ਬਰਕਤ ਬਣੀ ਰਹੂਗੀ। ਜਦ ਇੰਨੀ ਗੱਲ ਹੋਈ ਇਹ ਜਿਹੜਾ ਭੱਲੂ ਸੀਗਾ ਇਹਨੇ ਕੀ ਕੀਤਾ, ਘਰ ਜਾ ਕੇ ਉਹ ਜਿਹੜੀ ਕਣਕ ਸੀਗੀ ਉਹ ਮਿੱਟੀ ਦੀ ਭੜੋਲੀ ਪਾ ਕੇ ਉੱਤੇ ਢੱਕਣ ਲਾ ਦਿੱਤਾ, ਅਤੇ ਘਿਓ ਅਤੇ ਜਿਹੜੀ ਖੰਡ ਸੀ ਉਹ ਰੱਖਤੀ ਅਲਮਾਰੀ 'ਚ ਜਿੰਦਾ ਲਾ ਦਿੱਤਾ। ਜਦ ਜਿੰਦਾ ਲਾ ਤਾ ਅਗਲੇ ਦਿਨ ਜਦ ਇਹਨੇ ਭੜੋਲੀ ਦੇ ਵਿੱਚੋਂ ਕਣਕ ਕੱਢੀ, ਜਦ ਥੱਲਿਓਂ ਖੋਲ੍ਹੀ ਤਾਂ ਕੀ ਦੇਖਿਆ, ਉਹ ਕਣਕ ਦੇ ਵਿੱਚ ਸੇਰ ਪਾਈ ਸੀ,
ਪਰ ਮਹਾਂਪੁਰਖਾਂ ਦੇ ਬਚਨ ਤੁਹਾਨੂੰ ਪਤਾ ਅਟੱਲ ਹੁੰਦੇ ਆ। ਅਤੇ ਕਾਫੀ ਕਣਕ ਜਿਹੜੀ ਸੀ ਭੜੋਲੀ 'ਚੋਂ ਬਾਹਰ ਨਿਕਲੀ। ਜਦ ਭੜੋਲੀ 'ਚੋਂ ਕਣਕ ਬਾਹਰ ਨਿਕਲੀ ਅਤੇ ਇਹਨੇ ਕੀ ਕੀਤਾ, ਕਣਕ ਕੱਢੀ। ਕਣਕ ਜਿਹੜੀ ਸੀਗੀ ਉਹ ਫਿਆ ਕੇ ਉਹਦਾ ਆਟਾ ਬਣਾ ਲਿਆ। ਉਸ ਤੋਂ ਬਾਅਦ ਜਦ ਖੰਡ ਅਤੇ ਘਿਓ ਕੱਢਿਆ, ਜਿੰਨੀ ਜ਼ਰੂਰਤ ਸੀ ਉਹਨਾਂ ਕੱਢ ਲਿਆ। ਕੱਢ ਕੇ ਇਸ ਤਰ੍ਹਾਂ ਵਰਤਦਾ ਰਿਹਾ। ਗੱਲ ਕੀ, ਇਸ ਤਰ੍ਹਾਂ ਨਾ ਵਰਤਦੇ ਖੰਡ ਘਿਓ ਅਤੇ ਕਣਕ ਨੂੰ ਸਾਲ ਹੋ ਗਿਆ। ਸਾਲ ਹੋ ਗਿਆ। ਦੀ ਘਰ ਵਾਲੀ ਵੀ ਬੜੀ ਹੈਰਾਨ। ਅਤੇ ਵਿੱਚ ਵਿਚਾਲੇ ਉਹ ਘੱਲੂ ਨੂੰ ਪੁੱਛਿਆ ਕਰਕੇ, ਬਾਬਾ ਜੀ ਨੇ ਐਸਾ ਕਿਹੜਾ ਜਾਦੂ ਟੂਣਾ ਕਰ ਦਿੱਤਾ ਹੈਗਾ ਵੀ ਨਾ ਤਾਂ ਜਿਹੜੀ ਹੈਗੀ ਸਾਡੇ ਘਰੋਂ ਕਣਕ ਮੁੱਕਦੀ ਹੈਗੀ ਆ, ਨਾ ਦੇਸੀ ਘਿਓ ਮੁੱਕਦਾ ਹੈ, ਨਾ ਖੰਡ ਮੁੱਕਦੀ ਹੈਗੀ ਆ। ਗੱਲ ਕਰਦੇ ਕਰਦੇ ਜਦ ਸਾਲ ਹੋ ਗਿਆ, ਅਖੀਰ ਕਹਿੰਦੇ ਹੁੰਦੇ ਜਦ ਸਮਾਂ ਆਇਆ, ਇਹਦੀ ਘਰ ਵਾਲੀ ਇੱਕ ਦਿਨ ਜਿਹੜੀ ਸੀ ਆਪਣੇ ਪਤੀ ਘੱਲੂ ਨੂੰ ਕਹਿਣ ਲੱਗੀ, ਕਹਿੰਦੀ ਵੀ ਗੱਲ ਇੱਦਾਂ ਹੈਗੀ ਆ ਵੀ ਆਪਾਂ ਇੱਦਾਂ ਕਰਦੇ ਹਾਂ, ਬਾਬਾ ਜੀ ਨੇ ਪਤਾ ਨਹੀਂ ਕਿਹੜਾ ਮੰਤਰ ਮਾਰਿਆ, ਆਪਾਂ ਨਾ ਢੱਕਣ ਚੱਕ ਕੇ ਦੇਖ ਲੈਂਦੇ ਹਾਂ। ਪਹਿਲਾਂ ਤਾਂ ਜਿਹੜਾ ਇਹਦਾ ਘਰ ਵਾਲਾ ਭੱਲੂ ਸੀਗਾ ਉਹ ਤਾਂ ਪਹਿਲਾਂ ਨਾ ਕਰੀ ਜਾਵੇ, ਪਰ ਜਦੋਂ ਭੱਲੂ ਨਾ ਕਰਦਾ ਰਿਹਾ ਅਤੇ ਇਹਦੀ ਘਰ ਵਾਲੀ, ਤੁਹਾਨੂੰ ਪਤਾ ਥੋੜ੍ਹੀ ਜਿਹੀ ਬੀਬੀਆਂ ਦੀ ਜਿੱਦ ਹੁੰਦੀ ਹੈ, ਕਹਿੰਦੀ ਇੱਕ ਵਾਰੀ ਤਾਂ ਚੱਕ ਕੇ ਦੇਖ ਰਹੀ, ਫਿਰ ਭਾਵੇਂ ਨਾ ਹੀ ਦੇਖੀਏ। ਦੇਖੋ ਜੀ, ਘਰ ਵਾਲੀ ਦੇ ਆਖੇ 'ਤੇ ਨਾ ਭੱਲੂ ਨੇ ਕੀ ਕੀਤਾ ਹੈਗਾ, ਉਹ ਕਣਕ ਦੀ ਜਿਹੜੀ ਭੜੋਲੀ ਸੀ ਉਹਦਾ ਢੱਕਣ ਚੱਕ ਕੇ ਦੇਖਿਆ। ਜਦ ਦੇਖਿਆ ਤਾਂ ਉਹੀ ਸੇਰ ਕਣਕ ਸੀਗੀ, ਵਿੱਚ ਕੁਛ ਨਹੀਂ ਸੀਗਾ। ਅਤੇ ਜਦ ਘਿਓ ਦੇਖਿਆ, ਘਿਓ ਵੀ ਉੱਦਾਂ ਹੀ ਸੇਰ ਸੀ ਅਤੇ ਖੰਡ ਵੀ ਉੱਦਾਂ ਹੀ ਸੇਰ ਸੀ। ਪਰ ਹੈਰਾਨ ਸੀਗਾ ਵੀ ਇਹ ਸੇਰ ਤੋਂ ਸਾਰਾ ਸਾਲ ਅਸੀਂ ਸਾਰਾ ਟੱਬਰ ਜਿਹੜਾ ਸੀਗਾ ਖੁੱਲ੍ਹਾ ਖਾਂਦਾ ਰਿਹਾ, ਪਰਿਵਾਰ ਖਾਂਦਾ ਰਿਹਾ, ਪਰ ਮੁੱਕੀ ਨਹੀਂ। ਪਰ ਉਸ ਤੋਂ ਬਾਅਦ ਜਦੋਂ ਫਿਰ ਢੱਕਣ ਰੱਖ ਕੇ ਦੁਬਾਰਾ ਕੱਢੀ ਤਾਂ ਬਸ ਉਹ ਜਿਹੜੀ ਸੇਰ ਵੀ ਸੀ ਉਹੀ ਬਾਹਰ ਨਿਕਲੀ ਆ, ਦੂਸਰੀ ਕਣਕ ਬਾਹਰ ਨਹੀਂ ਨਿਕਲੀ। ਜਦ ਨਿਕਲੀ ਨਹੀਂ ਗਈ ਤਾਂ ਫਿਰ ਜਿਹੜੀ ਸੀ ਉਹ ਭੱਲੂ ਨੂੰ ਸਮਝ ਆ ਗਈ ਵੀ ਇਹ ਜਿਹੜਾ ਮਹਾਂਪੁਰਖਾਂ ਦਾ ਬਚਨ ਸੀਗਾ ਇਹ ਸਾਡੇ ਤੋਂ ਪੂਰਾ ਨਹੀਂ ਹੋਇਆ, ਕਿ ਮਹਾਂਪੁਰਖਾਂ ਨੇ ਕਿਹਾ ਸੀ ਇਹ ਚੀਜ਼ ਖੋਲ੍ਹ ਕੇ ਨਹੀਂ ਦੇਖਣੀ। ਫਿਰ ਨੱਠਾ ਆਇਆ ਬਾਬਾ ਜੀ ਕੋ। ਜਦ ਬਾਬਾ ਜੀ ਕੋ ਨੱਠਾ ਆਇਆ ਤਾਂ ਆ ਕੇ ਰੋਇਆ, ਅਤੇ ਜਦ ਰੋਇਆ ਅਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਦੇਖ ਭਾਈ, ਤੂੰ ਕਾਹਲੀ ਬੜੀ ਕਰਦਾ ਸੀਗਾ, ਇਸ ਕਰਕੇ ਤੇਰੀ ਕਾਹਲੀ ਦਾ ਫਲ ਜਿਹੜਾ ਹੈ ਨਾ ਉਹ ਕਾਹਲੀ ਹੈ। ਇਸ ਕਰਕੇ ਕਾਹਲੀ ਅੱਗੇ ਹਮੇਸ਼ਾ ਟੋਏ ਹੁੰਦੇ ਆ। ਪਰ ਜੇ ਤੂੰ ਸਾਡਾ ਬਚਨ ਮੰਨ ਲੈਂਦਾ ਤਾਂ ਜਿੰਨਾ ਚਿਰ ਤੂੰ ਬਚਨ 'ਤੇ ਪਹਿਰਾ ਦਿੰਦਾ, ਤੇਰੇ ਘਰ ਇਸ ਤਰ੍ਹਾਂ ਜਿਹੜੀ ਸੀ ਬਰਕਤਾਂ ਬਣੀਆਂ ਰਹਿਣੀਆਂ ਸੀਗੀਆਂ। ਪਰ ਹੁਣ ਜਿਹੜੀਆਂ ਚੀਜ਼ਾਂ ਤੈਨੂੰ ਅਸੀਂ ਦਿੱਤੀਆਂ ਸੀਗੀਆਂ, ਇਹ ਤਾਂ ਨਾ ਹੁਣ ਤੇਰੇ ਕੰਮ ਦੀਆਂ ਰਹੀਆਂ ਅਤੇ ਨਾ ਹੁਣ ਸਾਡੇ ਕੰਮ ਦੀਆਂ ਰਹੀਆਂ। ਇੰਨਾ ਕਹਿ ਕੇ ਫਿਰ ਸੰਤ ਮਹਾਂਪੁਰਖ ਬਾਬਾ ਹਰਨਾਮ ਸਿੰਘ ਜਿਹੜੇ ਚੁੱਪ ਕਰ ਗਏ ਸੀਗੇ। ਉਸ ਤੋਂ ਬਾਅਦ ਫਿਰ ਇਹ ਭੱਲੂ ਅਤੇ ਇਹਦੀ ਜਿਹੜੀ ਘਰ ਵਾਲੀ ਸੀ ਉਹਨੂੰ ਫਿਰ ਆਪਣੀ ਗਲਤੀ ਦਾ ਬਹੁਤ ਜ਼ਿਆਦਾ ਪਛਤਾਵਾ ਹੋਇਆ ਸੀਗਾ। ਪਰ ਹੁਣ ਗਲਤੀ ਕਰ ਚੁੱਕੇ ਸੀਗੇ, ਹੁਣ ਕੀ ਕਰਨ, ਹੁਣ ਕੁਛ ਨਹੀਂ ਸੀ ਹੋ ਸਕਦਾ। ਸੁਰਦਾਸ ਇੰਨੇ ਹੀ ਜਿਹੜੇ ਨਾ ਬਚਨ ਮਹਾਂਪੁਰਖਾਂ ਦੇ ਕਰਦਾ ਹੋਇਆ ਖਿਮਾ ਦਾ ਜਾਚਕ ਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।